ਹੁਣ ਜਿਸ ਤਰੀਕੇ ਤੁਸੀਂ ਬੋਲਿਆ ਸੀ ਕਿ ਹੁਣ ਬਾਹਰ ਆ ਚੁੱਕੀ ਲੇਕਿਨ ਅਸੀਂ ਪਰਿਵਾਰ ਦਾ ਵੀ ਸਾਥ ਦੇਵਾਂਗੇ। 3rd ਡਿਗਰੀ ਟਾਰਚਰ ਕੀਤਾ ਗਿਆ, ਉਸ ਨੂੰ ਲੈ ਕੇ ਅਸੀਂ ਹਾਈ ਕੋਰਟ ਜਾਣੀ। ਕਿਆ ਸਰ ਉਹ ਪਟੀਸ਼ਨ ਤਿਆਰ ਹੋਈ, ਕਦੋਂ ਤੱਕ ਯਾਚੀਕਾ ਦਾਖਲ ਕਰ ਦਿੱਤੀ ਜਾਏਗੀ? ਜਿਹੜੀ FIR ਦਿੱਤੀ ਗਈ ਹੈ ਮੈਮ, ਜਿਵੇਂ ਅਸੀਂ ਪਹਿਲਾਂ ਵੀ ਦੱਸ ਕੇ ਬੈਠੇ ਹਾਂ ਵੀ ਉਹ ਬੇਲੇਬਲ ਸੈਕਸ਼ਨਸ ਔਰ ਰੈਫਰੈਂਸ ਜੱਸੀ ਖਰੜ ਦਾ ਜਿਹੜੇ 307 ਵਾਲੇ ਕੇਸ ਦੇ ਵਿੱਚ ਦਿੱਤਾ ਹੈ, ਉਸ ਰੈਫਰੈਂਸ ਦੇ ਵਿੱਚ ਕੁਝ ਵੀ ਪੁਲਿਸ ਇਹਨਾਂ ਦਾ ਕਨੈਕਸ਼ਨ ਜੋੜ ਨਹੀਂ ਸਕੀ। ਜੇਲ੍ਹ ਦੇ ਵਿੱਚ ਜਿਹੜੀ ਤੁਹਾਡੇ ਨਾਲ ਜਿਹੜੀ 3rd ਡਿਗਰੀ, ਜਿਵੇਂ ਤੁਸੀਂ ਕਿਹਾ ਸੀ ਤੇ ਤੁਹਾਡੇ ਐਡਵੋਕੇਟਸ ਨੇ ਵੀ ਕਿਹਾ ਕਿ 3rd ਡਿਗਰੀ ਟਾਰਚਰ ਕੀਤਾ ਗਿਆ ਸੀ। 15 ਤਰੀਕ ਨੂੰ ਰਾਤ ਨੂੰ 12:30 ਵਜੇ ਪੁਲਿਸ ਕਾਫੀ ਜ਼ਿਆਦਾ ਸੀਗੇ, 20 ਤੋਂ 25 ਜਾਣੇ ਸੀ। ਇਹ ਆ ਕੇ ਡੋਰ ਨੌਕ ਕਰ ਰਹੇ ਸੀ। ਪਹਿਲਾਂ ਤਾਂ 2-4 ਜਾਣੇ ਸੀ, ਫਿਰ ਇੱਕਦਮ ਜਦੋਂ ਅਸੀਂ ਡੋਰ ਓਪਨ ਕੀਤਾ ਤਾਂ ਓਪਨ ਕਰਦੇ ਸਾਰ ਉਹ ਅਰਾਊਂਡ 20 ਤੋਂ 25 ਜਾਣੇ ਸਾਡੇ ਇੱਦਾਂ ਵਿਹੜੇ 'ਚ ਆ ਗਏ। ਜਦੋਂ ਉਹਨਾਂ ਨੇ ਸਾਰਾ ਕੁਝ ਪੁੱਛਿਆ, ਉਹਨਾਂ ਨੇ ਫਿਰ ਸਾਡੇ ਫ਼ੋਨ ਲੈ ਲਏ, ਮੇਰਾ, ਮੇਰੀ ਮੰਮਾ ਦਾ ਅਤੇ ਮੇਰੇ ਡੈਡੀ ਦਾ। ਅਤੇ ਫ਼ੋਨ ਲੈ ਕੇ ਮੈਨੂੰ ਕਹਿੰਦੇ ਵੀ ਤੁਹਾਡੇ ਫਲੈਟ ਦੀ ਚਾਬੀ ਕਿੱਥੇ ਆ? ਮੈਂ ਕਿਹਾ ਸਰ ਮੇਰੇ ਕੋਲ ਆ। ਕਹਿੰਦੇ ਚੱਕੋ ਫਲੈਟ ਦੀ ਚਾਬੀ, ਵੀ ਚਲੋ ਤੁਹਾਡਾ ਥੋੜ੍ਹਾ ਜਿਹਾ ਇਨਵੈਸਟੀਗੇਸ਼ਨ ਕਰਨੀ ਆ, ਵੀ ਉਸ ਤੋਂ ਬਾਅਦ ਕਹਿੰਦੇ ਸਵੇਰੇ 4 ਵਜੇ ਤੱਕ ਛੱਡ ਜਾਵਾਂਗੇ, ਮਤਲਬ ਆਫਟਰ 3 to 4 ਆਵਰਸ। ਜਿਹੜੇ ਐਰਨਿੰਗ ਪੁਲਿਸ ਆਫੀਸਰਸ ਨੇ, ਜਿਹੜੇ ਇਹਦੇ 'ਚ ਰਿਸਪੌਂਸੀਬਲਸ ਨੇ, ਕਿ ਉਹਨਾਂ ਦੇ ਅਗੇਂਸਟ ਇੱਕ ਬਕਾਇਦਾ ADGP ਇਨਵੈਸਟੀਗੇਸ਼ਨ ਅਰਪਿਤ ਸ਼ੁਕਲਾ ਸਾਹਿਬ ਨੂੰ ਐਟਲੀਸਟ ਉਹਦੇ 'ਤੇ ਕੋਈ ਸਿਟ ਕੌਂਸਟੀਟਿਊਟ ਕਰਨ, ਅਤੇ ਬਕਾਇਦਾ ਜਿਹੜੇ ਇਹ ਐਰਿੰਗ ਪੁਲਿਸ ਆਫੀਸਰਸ ਨੇ ਇਹਨਾਂ ਦੇ ਅਗੇਂਸਟ ਇੱਕ ਸਟ੍ਰਿਕਟ ਤੁਸੀਂ ਕਹੋ ਵੀ ਐਕਸ਼ਨ ਦੀ ਅਸੀਂ ਕਹਾਂਗੇ ਕਿ ਲਿਆ ਜਾਵੇ। ਇੰਨੀ ਕੁ ਤਾਂ ਨੌਲੇਜ ਹੁੰਦੀ ਉਹ ਆ ਵੀ ਕੋਈ ਸਰਚ ਵਾਰੰਟ, ਕੋਈ ਅਰੈਸਟ ਵਾਰੰਟ। ਉਹ ਕਹਿੰਦੇ ਕੋਈ ਗੱਲ ਨਹੀਂ, ਉਹ ਸਾਰੇ ਹੈਗੇ ਨੇ ਸਾਡੇ ਕੋਲ। ਮੈਂ ਕਿਹਾ ਸਰ ਦਿਖਾਓ। ਕਹਿੰਦੇ ਚੱਲ ਤੂੰ ਬਸ ਤੇਰੀ ਇਨਵੈਸਟੀਗੇਸ਼ਨ ਹੀ ਹੋਣੀ ਆ, ਵੀ ਤੈਨੂੰ ਛੱਡ ਦੇਣਾ। ਤਾਂ ਉਸ ਦਿਨ ਇਹ ਮੈਨੂੰ ਲੈ ਗਏ ਤਾਂ CIA ਖਰੜ ਦੇ ਵਿੱਚ ਲੈ ਆਏ। ਇੱਕ ਰੂਮ ਜਿਹਾ ਸੀ ਛੋਟਾ ਜਿਹਾ, ਕੋਈ ਕੰਪਿਊਟਰ ਲੈਬ ਸੀ ਇਹਨਾਂ ਦੀ, ਉੱਥੇ ਹੀ ਮੈਨੂੰ ਪਾਤਾ। ਜੋ ਮੈਮ ਮੈਨੂੰ ਪਤਾ ਸੀ ਉਹ ਮੈਂ ਦੱਸਤਾ ਸੀ। ਫਿਰ ਇਹਨਾਂ ਨੇ ਸਭ ਕੁਝ ਦੱਸਣ ਤੋਂ ਬਾਅਦ ਮੈਨੂੰ ਟੌਰਚਰ ਕਰਨਾ ਸ਼ੁਰੂ ਕੀਤਾ। ਜਿਹੜੇ ਟੌਰਚਰਸ ਦੇ ਕੇਸਿਸ ਨੇ ਨਾ, ਇਹ ਮੈਨੂੰ ਲੱਗਦਾ ਹੈ ਕਿ ਇਹ ਨਾ ਜਦੋਂ ਦੁਬਾਰਾ ਇਹ ਚੀਜ਼ ਜਿਹੜੀ ਹੈ ਨਾ ਇਹ ਆ ਚੁੱਕੀ ਹੈ ਸਾਡੀ ਸਟੇਟ 'ਚ ਕਿਤੇ ਨਾ ਕਿਤੇ, ਹੈ ਨਾ। ਪਹਿਲਾਂ ਤਾਂ ਬਹੁਤ ਵਲਗਰ ਲੈਂਗੁਏਜ 'ਚ ਗੱਲਾਂ ਬੋਲੀਆਂ, ਮੇਨਲੀ ਗਾਲਾਂ। ਐਨਾਲਾਈਜ਼ ਕਰਨ ਦਾ ਜੋ ਦੇਖਣ ਦਾ ਨਜ਼ਰੀਆ, ਉਹ ਚੀਜ਼ ਮੈਮ ਬੜੀ ਉਸ ਟਾਈਮ ਨਾ ਬੜੀ ਚੀਪ ਲੱਗਦੀ ਸੀ, ਵੀ ਮਤਲਬ ਮੈਂ ਕਿੱਥੇ ਆ ਗਈ ਇੱਥੇ। ਫਿਰ ਇਹਨਾਂ ਨੇ ਚਲੋ ਥੱਪੜ ਮਾਰਨ ਨੂੰ ਕਿਹਾ ਉੱਥੇ, ਉਹ ਵੀ ਇਹਨਾਂ ਨੇ ਮੁੰਡੇ ਤੋਂ ਮਰਵਾਏ ਆ, ਕਿਸੇ ਲੇਡੀ ਕਾਂਸਟੇਬਲ ਤੋਂ ਨਹੀਂ ਮਰਵਾਏ। ਕਰੰਟ ਲਗਾਉਂਦੇ ਰਹੇ। ਮੈਂ ਬੜਾ ਉੱਥੇ ਰੋਈ, ਬੜਾ ਚੀਕੀ, ਵੀ ਮੈਨੂੰ ਜਿੰਨਾ ਪਤਾ ਸੀ ਸਰ ਮੈਂ ਦੱਸਤਾ। ਪੁਲਿਸ ਨੂੰ ਬੌਂਡ ਕੀਤਾ ਜਾਵੇ ਕਿ ਤੁਸੀਂ ਪਹਿਲੀ ਗੱਲ ਤਾਂ ਬੇਲੇਬਲ ਸੈਕਸ਼ਨ ਥੱਲੇ ਕਿਸੇ ਦੀ ਅਰੈਸਟ ਪਾ ਲੈਂਦੇ ਹੋ, ਫਿਰ ਤੁਸੀਂ ਜੋ ਟੌਰਚਰ ਇੱਕ ਲੇਡੀ ਨਾਲ ਕਰ ਸਕਦੇ ਹੋ ਤੁਸੀਂ ਉੱਥੋਂ ਤੱਕ ਕਰਦੇ ਹੋ। ਇੱਕ ਰੋਣਾ ਹੀ ਹੁੰਦਾ ਸੀ ਜਿਹੜਾ ਥੋੜ੍ਹੀ ਬਹੁਤੀ ਫਰਸਟ੍ਰੇਸ਼ਨ ਕੱਢ ਦਿੰਦਾ ਸੀ, ਹੋਰ ਤਾਂ ਕੋਈ ਆਪਸ਼ਨ ਨਹੀਂ ਸੀ ਉੱਥੇ। ਕੁਛ ਹੀ ਸਮੇਂ ਵਿੱਚ ਤੁਹਾਡਾ ਬਹੁਤ ਜਲਦ ਵਿਆਹ ਹੋ ਗਿਆ ਸੀ। ਉਸ ਦੌਰਾਨ ਤੁਹਾਨੂੰ ਕਦੀ ਜੱਸੀ ਦੀ ਗੱਲਾਂ ਨਾਲ ਜਾਂ ਉਹਦੇ ਦੋਸਤਾਂ ਦੀ ਆਵਾਜਾਈ ਤੁਹਾਨੂੰ ਕਦੀ ਨਹੀਂ ਸ਼ੱਕ ਹੋਇਆ ਜੱਸੀ ਦਾ ਕੁਝ ਤਰੀਕੇ ਦਾ ਕੋਈ ਇਨਵੋਲਵਮੈਂਟ ਹੈ ਜਾਂ ਕੁਝ ਇੱਦਾਂ ਦਾ ਹੈ? ਮੇਨਲੀ ਮੈਮ ਜੋ ਇਹਦੇ 'ਤੇ ਵਿਆਹ ਤੋਂ ਪਹਿਲਾਂ ਕੇਸ ਸੀ, ਮੇਨਲੀ ਮੈਂ ਉਹਨੂੰ ਇਗਨੋਰ ਕੀਤਾ। NDPS ਦਾ ਹੀ ਸੀਗਾ ਮੇਨਲੀ, ਤਾਂ ਉਹੀ ਜ਼ਿਆਦਾ ਉਹਦੀ ਨਿਊਜ਼ ਵੀ ਇਹਨੇ ਮੈਨੂੰ ਫਿਰ ਮਤਲਬ ਆਫਟਰ ਮੈਰਿਜ ਹੀ ਪਤਾ ਲੱਗਿਆ ਸੀ, ਉਹ ਗੂਗਲ 'ਤੇ ਦਿਖਾਇਆ ਫਿਰ ਮੈਨੂੰ। ਜੱਸੀ ਕਿੰਨੇ ਟਾਈਮ ਬਾਅਦ ਘਰ ਆਉਂਦਾ ਹੁੰਦਾ ਸੀ? ਮੈਮ ਜਦੋਂ ਮੇਰੇ ਕੋਲ ਆਉਂਦਾ ਵੀ ਸੀ ਉਹਦੇ ਕੋਲ ਫੋਨ ਨਹੀਂ ਸੀ ਹੁੰਦਾ ਕਦੇ। ਤੁਹਾਨੂੰ ਇਹ ਗੱਲ ਪਤਾ ਸੀ ਕਿ ਜੱਸੀ ਇਸ ਤਰੀਕੇ ਨਾਲ ਜੈਪਾਲ ਭੁੱਲਰ ਦੇ ਨਾਲ ਕੋਈ ਕਨੈਕਸ਼ਨ ਹੈ ਜੱਸੀ ਦੇ, ਕਿਉਂਕਿ ਉਹ ਤਾਂ ਮੰਨਿਆ ਪਰਮੰਨਿਆ ਜਿਹੜਾ ਗੈਂਗਸਟਰ ਸੀਗਾ ਜੈਪਾਲ ਭੁੱਲਰ? ਮੈਮ ਦੇਖੋ, ਜਦੋਂ ਇਹ ਕੋਲਕਾਤਾ ਗਏ ਆ ਜਾਂ ਜੋ ਵੀ ਇਹ ਉਹਨਾਂ ਨੇ ASI ਵਾਲਾ ਕੀਤਾ ਆ, ਹੈ ਨਾ, ਉਸ ਦਿਨ ਤੋਂ ਲੈ ਕੇ ਕੱਲ੍ਹ ਦੇ ਸ਼ਾਮ ਤੱਕ ਮੈਂ ਪੁਲਿਸ ਦੀ ਕਸਟਡੀ 'ਚ ਸੀਗੀ। ਪਤਾ ਚੱਲਿਆ ਕਿ ਐਨਕਾਊਂਟਰ ਹੋ ਚੁੱਕਿਆ ਹੈ, ਮਨ ਵਿੱਚ ਕੀ ਆਇਆ? ਮੈਨੂੰ ਪਤਾ 2 ਦਿਨ ਬਾਅਦ ਲੱਗਿਆ ਜੇਲ੍ਹ ਦੇ ਵਿੱਚ। ਮਤਲਬ ਮੈਂ ਆਪਣੇ ਆਪ ਨੂੰ ਇਹ ਚੀਜ਼ 'ਚ ਕਹਿ ਰਹੀ ਸੀ ਵੀ ਮੈਂ ਤਾਂ ਨੋਰਮਲ ਲਾਈਫ ਜੀ ਰਹੀ ਸੀ ਆਪਦੀ। ਜੇ ਕਿਸੇ ਬੰਦੇ ਤੇ 20-25 ਪਰਚੇ ਹੋ ਗਏ ਤਾਂ ਉਹ ਗੈਂਗਸਟਰ ਬਣ ਗਿਆ। ਤੁਸੀਂ ਇਹ ਦੇਖੋ ਵੀ ਕਿੰਨੇ ਕੇਸਾਂ 'ਚ ਉਹਨੂੰ ਸਜ਼ਾ ਹੋਈ ਹੈ। ਹਾਲ ਹੀ ਵਿੱਚ ਹੋਏ ਮੁਠਭੇੜ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੱਸੀ ਜਿਹੜਾ ਕਿ ਖਰੜ ਦਾ ਰਹਿਣ ਵਾਲਾ ਸੀ, ਉਸ ਦਾ ਐਨਕਾਊਂਟਰ ਕੀਤਾ ਗਿਆ ਸੀ ਕਲਕੱਤਾ ਵਿੱਚ, ਤੇ ਉਸ ਦੀ ਜਿਹੜੀ ਪਤਨੀ ਲਵਪ੍ਰੀਤ ਤਕਰੀਬਨ 15 ਤੋਂ ਹੀ ਉਹ ਜੇਲ੍ਹ ਵਿੱਚ ਚੱਲ ਰਹੀ ਸੀ। ਹਾਲ ਹੀ ਵਿੱਚ ਉਸ ਦੀ ਜਿਹੜੀ ਕਿ ਰਿਹਾਈ ਹੋਈ ਹੈ। ਸਾਡੇ ਨਾਲ ਗੱਲ ਕਰਨ ਦੇ ਲਈ ਉਸ ਦੀ ਵਾਈਫ ਲਵਪ੍ਰੀਤ ਮੌਜੂਦ ਹੈ। ਲਵਪ੍ਰੀਤ, ਤੁਹਾਡੇ ਕੋਲ ਜਾਣਨਾ ਚਾਹਾਂਗੇ, ਅਗਰ ਪਹਿਲੇ ਦਿਨ ਤੋਂ ਗੱਲ ਕੀਤੀ ਜਾਵੇ, ਸਿਨੈਰੀਓਜ਼ ਬਣੇ, ਤੁਹਾਨੂੰ ਪਤਾ ਚੱਲਿਆ ਸਭ ਚੀਜ਼ਾਂ ਦੇ ਬਾਰੇ ਵਿੱਚ, ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰਾਂਗੇ ਜੇਲ੍ਹ ਦੇ ਵਿੱਚ ਜਿਹੜੀ ਤੁਹਾਡੇ ਨਾਲ ਜਿਹੜੀ 3rd ਡਿਗਰੀ, ਜਿਵੇਂ ਤੁਸੀਂ ਕਿਹਾ ਸੀ ਤੇ ਤੁਹਾਡੇ ਐਡਵੋਕੇਟਸ ਨੇ ਵੀ ਕਿਹਾ ਕਿ 3rd ਡਿਗਰੀ ਟਾਰਚਰ ਕੀਤਾ ਗਿਆ ਸੀ, ਕਿਵੇਂ ਟਾਰਚਰ ਕੀਤਾ ਗਿਆ ਸੀ? ਮੈਂ ਆਪਣੇ ਪੇਕੇ ਆਈ ਹੋਈ ਸੀਗੀ 15 ਤਰੀਕ ਨੂੰ ਰਾਤ ਨੂੰ 12:30 ਵਜੇ। ਪੁਲਿਸ ਕਾਫੀ ਜ਼ਿਆਦਾ ਸੀਗੇ
20 ਤੋਂ 25 ਜਾਣੇ ਸੀ ਇਹ ਆ ਕੇ ਡੋਰ ਨੌਕ ਕਰ ਰਹੇ ਸੀ। ਪਹਿਲਾਂ ਤਾਂ 2-4 ਜਾਣੇ ਸੀ, ਫਿਰ ਇੱਕਦਮ ਜਦੋਂ ਅਸੀਂ ਡੋਰ ਓਪਨ ਕੀਤਾ ਤਾਂ ਓਪਨ ਕਰਦੇ ਸਾਰ ਉਹ ਅਰਾਊਂਡ 20 ਤੋਂ 25 ਜਾਣੇ ਸਾਡੇ ਇੱਦਾਂ ਵਿਹੜੇ 'ਚ ਆ ਗਏ। ਕੋਈ ਕਿਸ ਸਾਈਡ ਨੂੰ ਜਾ ਰਿਹਾ ਸੀ, ਪਤਾ ਨਹੀਂ ਕੀ ਫਾਈਂਡ ਕਰ ਰਹੇ ਸੀਗੇ ਉਹ। ਫਿਰ ਉਹਨਾਂ ਨੇ, ਮੈਂ ਪੁੱਛਿਆ ਹਾਂਜੀ, ਕਿਉਂਕਿ ਘਰ 'ਚ ਮੈਂ ਹੀ ਸੀਗੀ, ਮੇਰੇ ਡੈਡ ਉਸ ਦਿਨ ਤਾਂ ਬਹੁਤ ਘਬਰਾ ਗਏ ਸੀਗੇ। ਅਤੇ ਮੈਂ ਪੁੱਛਿਆ ਵੀ ਹਾਂਜੀ ਦੱਸੋ, ਕਹਿੰਦੇ ਵੀ ਲਵਪ੍ਰੀਤ ਕੌਰ। ਮੈਂ ਕਿਹਾ ਹਾਂਜੀ। ਜਸਪ੍ਰੀਤ ਦੇ ਵਾਈਫ। ਮੈਂ ਕਿਹਾ ਹਾਂਜੀ। ਕਹਿੰਦੇ ਜੱਸੀ ਕਦੋਂ ਆਇਆ ਸੀ? ਮੈਂ ਕਿਹਾ ਸਰ ਉਹਨੂੰ ਤਾਂ ਬਹੁਤ ਟਾਈਮ ਹੋ ਗਿਆ ਆਏ ਨੂੰ। ਅਤੇ ਮੈਂ ਕਿਹਾ ਕੀ ਗੱਲ ਹੋ ਗਈ ਸਰ? ਕੁਛ ਨਹੀਂ, ਉਹ ਫ਼ੋਨ 'ਤੇ ਗੱਲ ਕਰ ਰਹੇ ਸੀਗੇ ਕਿਸੇ ਨਾਲ। ਉਹ ਸਾਈਡ 'ਤੇ ਮੈਨੂੰ ਆ ਕੇ ਗੱਲ ਪੁੱਛ ਲੈਂਦੇ ਸੀ, ਫਿਰ ਸਾਈਡ 'ਤੇ ਚਲ ਜਾਂਦੇ ਸੀ, ਗੱਲ ਦੱਸਦੇ ਸੀਗੇ। ਕਿਆ ਗੱਲਾਂ ਪੁੱਛਣੀਆਂ ਤੁਹਾਨੂੰ? ਉਦੋਂ ਇਹ ਪੁੱਛਿਆ ਗਿਆ ਉਹ ਕਦੋਂ ਆਇਆ ਸੀ, ਤੁਸੀਂ ਕਿੱਥੇ ਰਹਿੰਦੇ ਹੋ, ਤੁਸੀਂ ਕਿਸ ਦਿਨ ਪਿੰਡ ਆਏ ਹੋ, ਤੁਸੀਂ ਕੀ ਕਰਦੇ ਹੋ, ਅਤੇ ਇਹੀ ਨੋਰਮਲੀ ਜਿਹੜੀਆਂ ਉਹਦੇ ਰਿਲੇਟਡ ਜੋ ਗੱਲਾਂ ਸੀਗੀਆਂ। ਫਿਰ ਮੈਂ ਜਦੋਂ ਉਹਨਾਂ ਨੇ ਸਾਰਾ ਕੁਛ ਪੁੱਛਿਆ, ਉਹਨਾਂ ਨੇ ਫਿਰ ਸਾਡੇ ਫ਼ੋਨ ਲੈ ਲਏ, ਮੇਰਾ, ਮੇਰੀ ਮੰਮਾ ਦਾ ਅਤੇ ਮੇਰੇ ਡੈਡੀ ਦਾ। ਅਤੇ ਫ਼ੋਨ ਲੈ ਕੇ ਮੈਨੂੰ ਕਹਿੰਦੇ ਵੀ ਤੁਹਾਡੇ ਫਲੈਟ ਦੀ ਚਾਬੀ ਕਿੱਥੇ ਆ? ਮੈਂ ਕਿਹਾ ਸਰ ਮੇਰੇ ਕੋਲ ਆ। ਕਹਿੰਦੇ ਚੱਕੋ ਫਲੈਟ ਦੀ ਚਾਬੀ, ਵੀ ਚਲੋ ਤੁਹਾਡਾ ਥੋੜ੍ਹਾ ਜਿਹਾ ਇਨਵੈਸਟੀਗੇਸ਼ਨ ਕਰਨੀ ਆ, ਵੀ ਉਸ ਤੋਂ ਬਾਅਦ ਕਹਿੰਦੇ ਸਵੇਰੇ 4 ਵਜੇ ਤੱਕ ਛੱਡ ਜਾਵਾਂਗੇ, ਮਤਲਬ ਆਫਟਰ 3 to 4 hours। ਮੈਨੂੰ ਵੀ ਇੱਕ ਅਲੱਗ ਉਹ ਸੀਗਾ ਵੀ ਚਲੋ ਕੋਈ ਗੱਲ ਨਹੀਂ, ਪੁੱਛ ਗਿੱਛ ਹੀ ਕਰਨੀ ਆ ਵੀ, ਕਿਉਂਕਿ ਜਦੋਂ ਇੱਕ ਚੀਜ਼ ਟੋਟਲੀ ਤੋਂ ਮੈਂ ਅਨਨੋਨ ਸੀਗੀ ਹੈ ਨਾ, ਤਾਂ ਮੈਨੂੰ ਉਹ ਚੀਜ਼ ਦਾ ਜਦ ਪਤਾ ਵੀ ਨਹੀਂ ਸੀ। ਬਸ ਮੈਂ ਇੰਨਾ ਜ਼ਰੂਰ ਪੁੱਛਿਆ ਸੀ, ਕਿਉਂਕਿ ਇੰਨੀ ਕੁ ਤਾਂ ਨੌਲੇਜ ਹੁੰਦੀ ਉਹ ਆ ਵੀ ਕੋਈ ਸਰਚ ਵਾਰੰਟ, ਕੋਈ ਅਰੈਸਟ ਵਾਰੰਟ। ਉਹ ਕਹਿੰਦੇ ਕੋਈ ਗੱਲ ਨਹੀਂ, ਉਹ ਸਾਰੇ ਹੈਗੇ ਨੇ ਸਾਡੇ ਕੋਲ। ਮੈਂ ਕਿਹਾ ਸਰ ਦਿਖਾਓ। ਕਹਿੰਦੇ ਚੱਲ ਤੂੰ ਬਸ ਤੇਰੀ ਇਨਵੈਸਟੀਗੇਸ਼ਨ ਹੀ ਹੋਣੀ ਆ, ਵੀ ਤੈਨੂੰ ਛੱਡ ਦੇਣਾ। ਚਲੋ ਮੈਂ ਘਰ ਵੀ ਹੌਸਲਾ ਦੇ ਕੇ ਗਈ, ਮੈਨੂੰ ਲੈ ਗਏ ਇਹ। ਅਤੇ ਘਰ 'ਚ ਫੈਮਿਲੀ 'ਚ ਮੇਰੇ ਮਦਰ ਨੇ, ਮੇਰੇ ਡੈਡ ਨੇ ਅਤੇ ਦਾਦੀ ਹੈ, ਬਜ਼ੁਰਗ ਨੇ ਹੈ ਨਾ, ਛੋਟੀਆਂ 2 ਭੈਣਾਂ ਨੇ। ਬਟ ਮਤਲਬ ਪਿੰਡ 'ਚੋਂ ਕੋਈ ਵੀ ਐਵੇਂ ਦਾ ਵੀਰ ਭਰਾ ਨਹੀਂ ਆਇਆ ਉਹ ਟਾਈਮ ਜੋ ਆ ਕੇ ਪੁੱਛੇ ਵੀ ਤੁਸੀਂ ਐਟਲੀਸਟ ਲੈ ਕੇ ਕਿਉਂ ਚੱਲੇ ਹੋ। ਤਾਂ ਉਸ ਦਿਨ ਇਹ ਮੈਨੂੰ ਲੈ ਗਏ ਤਾਂ CIA ਖਰੜ ਦੇ ਵਿੱਚ ਲੈ ਆਏ। ਫਿਰ ਉਸ ਦਿਨ ਆ ਕੇ ਇਹਨਾਂ ਨੇ ਮਤਲਬ ਇੱਕ ਰੂਮ ਜਿਹਾ ਸੀ ਛੋਟਾ ਜਿਹਾ, ਕੋਈ ਕੰਪਿਊਟਰ ਲੈਬ ਸੀ ਇਹਨਾਂ ਦੀ, ਉੱਥੇ ਹੀ ਮੈਨੂੰ ਪਾ ਤਾ। ਕਹਿੰਦੇ, ਮੈਂ ਕਿਹਾ ਵੀ ਸਰ ਤੁਸੀਂ ਤਾਂ ਮੈਨੂੰ ਛੱਡ ਕੇ ਆਉਣਾ ਸੀ, ਕਦੋਂ ਛੱਡ ਕੇ ਆਉਂਗੇ? ਕਹਿੰਦੇ ਵੀ ਨਹੀਂ ਹਜੇ ਤਾਂ ਰਾਤ ਨੂੰ ਆਫਿਸਰ ਥੋੜ੍ਹੀ ਆਊਗਾ ਕੋਈ। ਮੈਂ ਕਿਹਾ ਸਰ ਫਿਰ ਤੁਸੀਂ ਮੈਨੂੰ ਸਵੇਰੇ ਲੈ ਆਉਂਦੇ। ਨਹੀਂ ਉੱਪਰੋਂ ਆਰਡਰ ਆਏ ਸੀਗੇ। ਚਲੋ ਉੱਥੇ ਜਿਹੜੀ ਇਹਨਾਂ ਦੀ ਲੇਡੀ ਕਾਂਸਟੇਬਲ ਸੀ ਉਹ ਕਹਿੰਦੇ ਸਾਨੂੰ ਰੂਮ ਤਾਂ ਦੇ ਦਿਓ ਵੀ ਅਸੀਂ ਕਿੱਥੇ ਸੌਈਏ, ਕਿਉਂਕਿ ਉਹ ਵੀ ਮੇਰੇ ਨਾਲ ਹੀ ਸੀਗੇ ਨਾ। ਤਾਂ ਉੱਥੇ ਇਹਨਾਂ ਨੇ ਸਾਨੂੰ ਨੀਚੇ ਹੀ ਬਸ ਇੱਦਾਂ ਹੀ ਪਾ ਤਾ ਸੀਗਾ। ਸੈਕਿੰਡ ਡੇ ਉੱਥੇ 16th ਨੂੰ ਕਾਫੀ ਆਫਿਸਰਸ ਆਏ, ਸਾਰਿਆਂ ਨੇ ਇਹਨਾਂ ਨੇ ਮੈਨੂੰ ਬੁਲਾਇਆ ਉੱਥੇ ਆਫਿਸ ਦੇ ਵਿੱਚ, ਬੜਾ ਕੁਛ ਬੋਲੇ, ਬੜਾ ਕੁਛ ਪੁੱਛਿਆ। ਈਵਨ ਉਦੋਂ ਤੱਕ ਮੈਂ ਇਹ ਸਾਰੇ ਜੋ ਹੋਇਆ ਤਾਂ ਬਹੁਤ ਮਾੜਾ ਆ ਚਲੋ, ਅਤੇ ਇਹਦੇ ਲਈ ਕੁਛ ਵੀ ਨੌਲੇਜ ਨਹੀਂ ਇਹਨਾਂ ਨੇ ਦਿੱਤੀ ਮੈਨੂੰ ਵੀ ਕੀ ਹੋਇਆ ਕੀ ਨਹੀਂ ਹੋਇਆ। ਬੜਾ ਪੁੱਛਿਆ, ਕਹਿੰਦੇ ਅਖੇ PO ਚੱਲ ਰਿਹਾ, ਉਹ PO ਚੱਲ ਰਿਹਾ ਉਹ। ਮੈਂ ਵੀ ਉਹਨਾਂ ਕੈਜੂਅਲੀ ਲਈ ਬੈਠੀ ਸੀ ਉਹ ਚੀਜ਼ ਨੂੰ ਵੀ ਚਲੋ ਵੀ ਇਹਦੇ ਲਈ ਉਹ ਪੁੱਛਦੇ ਹੋਣਗੇ ਹੈ ਨਾ। ਫਿਰ ਸਰ SSP ਸਰ ਉੱਥੇ ਆਏ, ਬਾਕੀ ਕਾਫੀ ਆਫਿਸਰਸ ਆਏ, ਸਭ ਨੇ ਮੈਨੂੰ ਬਹੁਤ ਕੁਛ ਪੁੱਛਿਆ। ਇਨਵੈਸਟੀਗੇਸ਼ਨ ਜੱਸੀ ਦੇ ਰਿਲੇਟਡ ਚੱਲ ਰਹੀ ਸੀ ਉੱਥੇ। ਜੱਸੀ ਹਰ ਕੁਐਸਚਨ ਦੇ ਮਤਲਬ ਹਰ ਕੁਐਸਚਨ ਜੱਸੀ 'ਤੇ ਆ ਕੇ ਰੁਕਦਾ ਸੀ, ਜੱਸੀ ਤੋਂ ਹੀ ਸ਼ੁਰੂ ਹੁੰਦਾ ਸੀ। ਜੋ ਮੈਨੂੰ ਪਤਾ ਸੀ ਉਹ ਮੈਂ ਦੱਸਦਾ ਸੀ। ਫਿਰ ਇਹਨਾਂ ਨੇ ਸਭ ਕੁਛ ਦੱਸਣ ਤੋਂ ਬਾਅਦ ਮੈਨੂੰ ਟੌਰਚਰ ਕਰਨਾ ਸ਼ੁਰੂ ਕੀਤਾ। ਪਹਿਲਾਂ ਤਾਂ ਬਹੁਤ ਵਲਗਰ ਲੈਂਗੁਏਜ 'ਚ ਗੱਲਾਂ ਬੋਲੀਆਂ। ਕਿਸ ਤਰੀਕੇ ਦੀ ਲੈਂਗੁਏਜ ਯੂਜ਼ ਕਰਦੇ ਸੀ? ਮੈਮ ਉਹ ਲੈਂਗੁਏਜ ਜੋ ਮੈਂ ਐਕਸਪਲੇਨ ਇੱਦਾਂ ਨਹੀਂ ਕਰ ਸਕਦੀ। ਫਿਰ ਵੀ ਕੁਝ ਵਰਡਸ ਮਤਲਬ ਜਿੱਦਾਂ ਬਹੁਤ ਗੰਦੇ ਤਰੀਕੇ ਦੇ ਨਾਲ, ਮਤਲਬ ਕੁਝ ਵਰਡਸ ਜਿਹੜੇ ਤੁਹਾਨੂੰ ਮਤਲਬ ਬਹੁਤ ਜ਼ਿਆਦਾ ਉਹ ਕਰਦੇ ਸੀ? ਹਾਂ, ਮੇਨਲੀ ਮੈਮ ਗਾਲਾਂ ਐਨਾਲਾਈਜ਼ ਕਰਨ ਦਾ ਜੋ ਦੇਖਣ ਦਾ ਨਜ਼ਰੀਆ, ਉਹ ਚੀਜ਼ ਮੈਮ ਬੜੀ ਉਸ ਟਾਈਮ ਨਾ ਬੜੀ ਚੀਪ ਲੱਗਦੀ ਸੀ ਵੀ ਮਤਲਬ ਮੈਂ ਕਿੱਥੇ ਆ ਗਈ ਇੱਥੇ। ਫਿਰ ਇਹਨਾਂ ਨੇ ਚਲੋ ਥੱਪੜ ਮਾਰਨ ਨੂੰ ਕਿਹਾ ਉੱਥੇ, ਉਹ ਵੀ ਇਹਨਾਂ ਨੇ ਮੁੰਡੇ ਤੋਂ ਮਰਵਾਏ ਆ, ਕਿਸੇ ਲੇਡੀ ਕਾਂਸਟੇਬਲ ਤੋਂ ਨਹੀਂ ਮਰਵਾਏ। ਫਿਰ ਇਹਨਾਂ ਦਾ ਇੱਕ ਵਧੀਆ ਆਫਿਸਰ ਸੀ, ਵਧੀਆ ਰੈਂਕ ਵਾਲੇ ਸੀਗੇ ਉਹਨਾਂ ਨੇ ਕਰੰਟ ਵਾਲੀ ਮਸ਼ੀਨ ਲਈ, ਮੇਰੇ ਕਰੰਟ ਲਗਾਇਆ। ਕਰੰਟ ਲਗਾਉਂਦੇ ਰਹੇ। ਮੈਂ ਬੜਾ ਉੱਥੇ ਰੋਈ, ਬੜਾ ਚੀਕੀ ਵੀ। ਮੈਨੂੰ ਜਿੰਨਾ ਪਤਾ ਸੀ ਸਰ ਮੈਂ ਦੱਸਤਾ, ਕਿਉਂਕਿ ਪਹਿਲਾਂ ਇਹਨਾਂ ਨੇ ਪਿਆਰ ਨਾਲ ਸਾਰਾ ਕੁਛ ਆਲਰੇਡੀ ਪੁੱਛ ਲਿਆ ਸੀ। ਮੈਂ ਦੱਸਦੀ ਤਾਂ ਜੇ ਮੈਨੂੰ ਕੁਛ ਹੋਰ ਪਤਾ ਹੁੰਦਾ।
ਚਲੋ ਇਹਨਾਂ ਨੇ ਇਹ ਚੀਜ਼ ਕਰਕੇ ਫਿਰ ਮੈਨੂੰ ਸਾਈਡ ਤੇ ਬਿਠਾਤਾ। ਉੱਥੇ ਹੋਰ ਵੀ ਬੜੇ ਜਾਣਿਆਂ ਨੂੰ ਪੁੱਛਗਿੱਛ ਲਈ ਉਸ ਦਿਨ ਸ਼ਾਇਦ ਬੁਲਾਇਆ ਵਾ ਸੀ ਇਹਨਾਂ ਨੇ। ਮੈਨੂੰ ਇਹਨਾਂ ਨੇ ਦੁਪਹਿਰ ਤੋਂ ਬਾਅਦ ਦੱਸਿਆ ਵੀ ਇਦਾਂ ਕਰਕੇ ਇਹਨਾਂ ਨੇ ਇਹ ਚੀਜ਼ ਕਰਤੀ ਆ। ਉਹ ਟੋਟਲੀ ਮੇਰੇ ਲਈ ਮਤਲਬ ਮੈਂ ਉਹ ਚੀਜ਼ 'ਤੇ ਟਰਸਟ ਨਹੀਂ ਸੀ ਕਰ ਪਾ ਰਹੀ ਵੀ ਇਹ ਬੰਦੇ ਨੇ ਇਹ ਚੀਜ਼ ਕੀਤੀ ਆ, ਕਿਉਂਕਿ ਕੁਛ ਕੁ ਚੀਜ਼ਾਂ ਆਪਾਂ ਨੂੰ ਮਤਲਬ ਪਤਾ ਹੁੰਦੀਆਂ ਨਾ ਵੀ ਇਹ ਬੰਦਾ ਕਰ ਸਕਦਾ ਕਿ ਨਹੀਂ। ਫਿਰ ਉਹਨਾਂ ਨੇ ਕਿਹਾ ਵੀ ਹਾਂ ਇਹੀ ਸੀਗਾ, ਵੀਡੀਓ ਦਿਖਾਈ, ਆਹ ਦੇਖੋ ਆਹ ਸਮਾਨ ਚੱਕ ਕੇ ਇਹਨਾਂ ਨੇ ਰੱਖਿਆ ਆ। ਫਿਰ ਮੈਨੂੰ ਇੰਟਰੋਗੇਸ਼ਨ ਰੂਮ 'ਚ ਲੈ ਕੇ ਗਏ, ਫਿਰ ਉੱਥੇ ਫਿਰ ਪੁੱਛਿਆ। ਹੁਣ ਮੇਰੇ ਆਨਸਰ ਤਾਂ ਮੈਮ ਉਹੀ ਸੀ, ਉਹਨਾਂ ਦੇ ਕੁਐਸਚਨਸ ਚੇਂਜ ਹੁੰਦੇ ਗਏ, ਟਾਰਚਰ ਕਰਦੇ ਗਏ। ਟਾਰਚਰ ਦੀ ਗੱਲ ਕੀਤੀ, ਕਿਆ ਤੁਹਾਨੂੰ ਬਾਰ-ਬਾਰ ਕਰੰਟ ਲਗਾਇਆ ਜਾਂਦਾ ਸੀ? ਹੋਰ ਕਿੰਨਾ ਤੁਹਾਡੇ ਨਾਲ 3rd ਡਿਗਰੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਹੋਰ ਕਿੰਨਾ ਤੁਹਾਨੂੰ ਟਾਰਚਰ ਕੀ, ਜਿਵੇਂ ਤੁਹਾਡੇ ਐਡਵੋਕੇਟਸ ਨੇ ਵੀ ਜਾਣਕਾਰੀ ਦਿੱਤੀ ਕਿ ਤੁਹਾਨੂੰ ਤੁਸੀਂ ਆ ਕੇ ਇਹਨਾਂ ਨੂੰ ਪਹਿਲਾਂ ਬਾਹਰ ਬੋਲਿਆ ਕਿ ਵੀਰੇ ਮੈਨੂੰ ਬਹੁਤ ਜ਼ਿਆਦਾ ਟਾਰਚਰ ਕਰਦੇ ਨੇ। ਕਰੰਟ ਦੇ ਨਾਲ ਤੁਹਾਨੂੰ ਹੋਰ ਕਿਸ ਤਰੀਕੇ ਨਾਲ ਟਾਰਚਰ ਕੀਤਾ ਜਾਂਦਾ ਸੀ? ਮੈਮ ਮੇਨਲੀ ਤਾਂ ਉੱਥੇ ਥੱਪੜ, ਕਰੰਟ ਤੇ ਵਲਗਰ ਲੈਂਗੁਏਜ। ਚਲੋ ਇਹ 2 ਚੀਜ਼ਾਂ ਜਿਹੜੀਆਂ ਅੱਗੇ ਵਾਲੀਆਂ ਬੋਲੀਆਂ, ਇਹ ਚੀਜ਼ ਮੈਂ ਸ਼ਾਇਦ ਕਿਤੇ ਨਾ ਕਿਤੇ, ਬਟ ਜਿਹੜੀ ਇਹਨਾਂ ਨੇ ਜੋ ਉਸ ਦਿਨ ਗੱਲਾਂ ਬੋਲੀਆਂ, ਮੈਂ ਟੋਟਲੀ ਸ਼ੌਕਡ ਸੀ ਵੀ ਇੰਨੇ ਵਧੀਆ ਰੈਂਕ ਵਾਲੇ ਆਫੀਸਰਸ ਹੋ ਕੇ ਇੱਕ ਇੱਦਾਂ ਦੀਆਂ ਗੱਲਾਂ। ਮਤਲਬ ਮੈਂ ਬੜੇ ਦਿਨ ਇਹ ਚੀਜ਼ ਨੂੰ ਸੋਚਦੀ ਰਹੀ ਵੀ ਕੀ ਮੇਰਾ ਕਸੂਰ ਕੀ ਸੀਗਾ ਇਹ ਚੀਜ਼ ਦੇ ਵਿੱਚ। ਕਦੀ ਸਵਾਲ ਪਲਟ ਕੇ ਕੀਤਾ ਉਹਨਾਂ ਤੋਂ ਕਿ ਕਿਉਂ ਮੇਰੇ ਨਾਲ ਇਸ ਤਰੀਕੇ ਤਸ਼ੱਦਦ ਕੀਤੀ ਜਾ ਰਹੀ ਹੈ ਔਰ ਕਿਉਂ ਮੈਨੂੰ ਇੰਨਾ ਟਾਰਚਰ ਕੀਤਾ ਜਾ ਰਿਹਾ? ਕਿਆ ਤੁਹਾਡੇ ਵੱਲੋਂ ਕਦੀ ਸਵਾਲ ਗਿਆ ਉਹਨਾਂ ਵੱਲ? ਹਾਂਜੀ, ਮੈਂ ਬਹੁਤ ਪੁੱਛਿਆ। ਇਹਨਾਂ ਨੇ ਜਦੋਂ ਮੈਨੂੰ FIR ਦਿਖਾਈ ਹੈ 212 216 ਦੀ ਉਹ ਸੀਗੀ ਸਿਰਫ ਉਹ, ਅਤੇ ਮੈਂ ਕਿਹਾ ਵੀ ਸਰ ਮੈਨੂੰ ਇਹਦਾ ਸੈਕਸ਼ਨ ਦਾ ਨਹੀਂ ਪਤਾ ਕਿਹੜੇ ਸੀ, ਕਿਉਂਕਿ ਆਮ ਨੌਲੇਜ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ, ਕਿਉਂਕਿ ਜਿਹੜੀ ਚੀਜ਼ 'ਚ ਆਪਣਾ ਧਿਆਨ ਹੀ ਨਾ ਹੋਵੇ ਹੈ ਨਾ। ਕਹਿੰਦੇ ਕੋਈ ਗੱਲ ਨਹੀਂ, ਸਭ ਲੱਗ ਜੂਗਾ ਪਤਾ। ਮੈਂ ਕਿਹਾ ਸਰ ਮੈਨੂੰ ਗੱਲ ਤਾਂ ਦੱਸ ਦਿਓ ਐਟਲੀਸਟ ਕਿ ਵੀ ਉਹਨਾਂ ਨੇ ਚਲੋ ਆ ਜੋ ਵੀ ਕੀਤਾ ਸਾਡੇ ਭਰਾਵਾਂ ਨੂੰ ਇੱਦਾਂ ਕੀਤਾ ਆਫੀਸਰਸ ਨੂੰ, ਵੀ ਇੱਦਾਂ ਕਰਾਂਗੇ, ਬੜਾ ਕੁਛ ਕਿਹਾ ਮੈਨੂੰ। ਮੇਰੇ ਲਈ ਵੀ ਮਤਲਬ ਚਲੋ ਬਹੁਤ ਕੁਛ ਬੋਲੇ ਉਹ, ਤੇਰੇ ਘਰਦਿਆਂ ਨੂੰ ਚੱਕ ਲਿਆਵਾਂਗੇ, ਤੇਰੇ ਇੱਦਾਂ ਕਰ ਦਾਂਗੇ, ਮੇਰੀ ਛੋਟੀਆਂ ਭੈਣਾਂ ਨੂੰ ਲੈ ਕੇ ਉਹਨਾਂ ਦਾ ਫਿਊਚਰ ਸਪੋਇਲ ਹੋ ਗਿਆ, ਆਹ ਚੀਜ਼ਾਂ ਬਹੁਤ ਚੀਜ਼ਾਂ। ਤੁਸੀਂ ਜੇਲ੍ਹ ਵਿੱਚ ਸੀ, ਜਿਵੇਂ ਤੁਹਾਨੂੰ 15 ਨੂੰ ਚੁੱਕਿਆ ਗਿਆ ਸੀ, ਜਿਵੇਂ ਸਰ ਨੇ ਵੀ ਸਾਨੂੰ ਜਾਣਕਾਰੀ ਦਿੱਤੀ, ਲੇਕਿਨ ਜਿਹੜਾ ਕੇਸ ਆ 19 ਨੂੰ ਪਿਆ। ਕਿਆ ਤੁਸੀਂ ਇਸ ਦੇ ਬਾਰੇ ਵੀ ਕਦੀ ਬੋਲਿਆ ਕਿ ਹਾਂ ਇੰਨੇ 3 ਦਿਨ ਤੱਕ ਤੁਸੀਂ ਮੈਨੂੰ ਇੰਨਾ ਟਾਰਚਰ ਕੀਤਾ, ਕਿਉਂ ਤੁਸੀਂ ਕੇਸ ਬਾਅਦ ਵਿੱਚ ਬਣਾ ਰਹੇ ਹੋ? ਇਸ ਚੀਜ਼ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ ਸੀ? ਮੈਮ ਮੈਂ ਈਚ ਐਂਡ ਐਵਰੀਥਿੰਗ ਉੱਥੇ ਪੁੱਛਦੀ ਸੀ, ਮੇਰੇ ਕੁਐਸਚਨਸ ਬਹੁਤ ਹੁੰਦੇ ਸੀ, ਬਟ ਮੈਨੂੰ ਆਨਸਰ ਗਾਲਾਂ 'ਚ ਮਿਲਦਾ ਹੁੰਦਾ ਸੀ ਜਾਂ ਬੜੀ ਅਜੀਬ ਜੀ ਮਤਲਬ ਵਰਡਿੰਗ 'ਚ ਆਨਸਰ ਮਿਲਦਾ ਸੀ ਜੋ ਮੈਨੂੰ ਸਮਝ ਵੀ ਨਹੀਂ ਸੀ ਆਉਂਦਾ। ਮੈਂ ਬੜੀ ਵਾਰ ਪੁੱਛਣਾ ਵੀ ਸਰ ਮੈਨੂੰ, ਕਿਉਂਕਿ ਮੈਨੂੰ ਓਬਵੀਅਸਲੀ ਇੰਨੀ ਨੌਲੇਜ ਸੀਗੀ ਵੀ ਇਹ ਅਰੈਸਟ ਪਾਉਣਗੇ, ਮੇਰੇ ਸਾਈਨ ਕਰਾਉਣਗੇ। ਇਹਨਾਂ ਨੇ 19 ਤੱਕ ਕੋਈ ਸਾਈਨ ਨਹੀਂ ਕਰਵਾਏ ਮੇਰੇ 'ਤੇ, ਕਿਉਂਕਿ ਜਦੋਂ ਇੱਕ FIR ਕੱਟਦੀ ਹੈ ਉਹਦੇ 'ਤੇ ਸਾਈਨ ਤਾਂ ਕਰਵਾਉਂਦੇ ਨੇ, ਇਹਨਾਂ ਨੇ ਉੱਥੇ ਕੋਈ ਸਾਈਨ ਨਹੀਂ ਕਰਵਾਏ, ਕੋਈ ਕੁਛ ਨਹੀਂ ਸੀਗਾ। ਪਰਿਵਾਰ ਦੇ ਨਾਲ ਕੋਈ ਰਾਬਤਾ ਨਹੀਂ ਸੀ, ਤੁਹਾਡੇ ਕੋਲ ਫੋਨ ਵੀ ਨਹੀਂ ਸੀਗਾ? ਜਿਵੇਂ ਤੁਸੀਂ 3rd ਡਿਗਰੀ ਦੀ ਗੱਲ ਕੀਤੀ, ਜਿਵੇਂ ਤੁਸੀਂ ਬੋਲਿਆ ਕਿ ਮੈਨੂੰ ਕਰੰਟ ਲਗਾਉਂਦੇ ਸੀ, ਮਾਰਦੇ ਸੀ, ਵਲਗਰ ਲੈਂਗੁਏਜ ਯੂਜ਼ ਕਰਦੇ ਸੀ, ਇਸ ਤੋਂ ਸਿਵਾ ਹੋਰ ਕਿਆ ਕੀਤਾ ਜਾਂਦਾ? ਇਸ ਤੋਂ ਸਿਵਾ ਮੈਮ ਇਹ ਚੀਜ਼ ਸੀ, ਮੈਂ ਬੜੀਆਂ ਮਿਹਨਤਾਂ ਕਰਨੀਆਂ ਵੀ ਮੇਰੀ ਫੈਮਿਲੀ ਨੂੰ ਤਾਂ ਦੱਸ ਦਿਓ, ਕਿਉਂਕਿ ਮੈਨੂੰ ਖੁਦ ਨੂੰ ਪਤਾ ਸੀ ਉਹ ਟੈਂਸਡ ਹੋਣੇ ਨੇ, ਕਿਉਂਕਿ ਉਹਨਾਂ ਨੂੰ ਇਹ ਚੀਜ਼ ਕਹੀ ਗਈ ਸੀ ਵੀ 4 ਵਜੇ ਆ ਜੂਗੀ ਕੁੜੀ ਹੈ ਨਾ। ਮੈਂ ਕਿਹਾ ਵੀ ਉਹਨਾਂ ਨੂੰ ਤਾਂ ਦੱਸ ਦਿਓ। ਉਹਨਾਂ ਦੇ ਤਾਂ ਚਲੋ ਆਲਰੇਡੀ ਫੋਨ ਲੈ ਆਏ ਸੀ, ਇਹ ਸਰਪੰਚ ਨੂੰ ਕਾਲ ਕਰ ਦਿੰਦੇ, ਕਿਸੇ ਹੋਰ ਨੂੰ ਪਿੰਡ 'ਚੋਂ ਕਾਲ ਕਰ ਦਿੰਦੇ ਵੀ ਦੱਸ ਤਾਂ ਦਿਓ ਐਟਲੀਸਟ। ਇਹਨਾਂ ਨੇ ਨਹੀਂ ਮੈਮ ਦੱਸਿਆ। ਮੈਂ ਬੜਾ ਰੋਂਦੀ ਹੁੰਦੀ ਸੀ, ਕਿਉਂਕਿ ਓਬਵੀਅਸਲੀ ਉੱਥੇ ਸਿਚੁਏਸ਼ਨ ਹੀ ਐਵੇਂ ਦੀ ਸੀ ਵੀ ਇੱਕ ਰੋਣਾ ਹੀ ਹੁੰਦਾ ਸੀ ਜਿਹੜਾ ਥੋੜ੍ਹੀ ਬਹੁਤੀ ਫਰਸਟ੍ਰੇਸ਼ਨ ਕੱਢ ਦਿੰਦਾ ਸੀ, ਹੋਰ ਤਾਂ ਕੋਈ ਆਪਸ਼ਨ ਨਹੀਂ ਸੀ ਉੱਥੇ। ਅਗਰ ਜੱਸੀ ਦੀ ਗੱਲ ਕੀਤੀ ਜਾਵੇ, ਜਿਵੇਂ ਤੁਹਾਡੇ ਵਿਆਹ ਨੂੰ ਹਲੇ ਮਹਿਜ਼ 21 ਸਾਲ 1 ਮਹੀਨਾ ਹੀ ਹੋਇਆ ਹੈ, ਕਿਆ ਇਸ ਸਾਲ ਵਿੱਚ ਜੱਸੀ ਕਿੰਨੀ ਵਾਰ ਘਰ ਵਿੱਚ ਆਉਂਦਾ ਸੀ? ਕਿਆ ਤੁਹਾਨੂੰ ਕਦੀ ਸ਼ੱਕ ਨਹੀਂ ਹੋਇਆ ਜੱਸੀ ਦੇ ਉੱਪਰ ਵਿਆਹ ਤੋਂ ਬਾਅਦ ਜਾਂ ਵਿਆਹ ਤੋਂ ਪਹਿਲਾਂ? ਅਗਰ ਗੱਲ ਕੀਤੀ ਜਾਵੇ, ਤੁਸੀਂ ਜਦੋਂ ਮਿਲਦੇ ਹੁੰਦੇ ਸੀ, ਜਦੋਂ ਤੁਹਾਡੀ ਰੋਕਾ ਹੋਇਆ ਸੀ ਤੁਹਾਡਾ ਵਿਆਹ, ਕਿਉਂਕਿ ਕੁਛ ਹੀ ਸਮੇਂ ਵਿੱਚ ਤੁਹਾਡਾ ਬਹੁਤ ਜਲਦ ਵਿਆਹ ਹੋ ਗਿਆ ਸੀ, ਉਸ ਦੌਰਾਨ ਤੁਹਾਨੂੰ ਕਦੀ ਜੱਸੀ ਦੀ ਗੱਲਾਂ ਨਾਲ ਜਾਂ ਉਹਦੇ ਦੋਸਤਾਂ ਦੀ ਆਵਾਜਾਈ ਤੁਹਾਨੂੰ ਕਦੀ ਨਹੀਂ ਸ਼ੱਕ ਹੋਇਆ ਜੱਸੀ ਦਾ ਕੋਈ ਇਸ ਤਰੀਕੇ ਦਾ ਕੋਈ ਇਨਵੋਲਵਮੈਂਟ ਹੈ ਜਾਂ ਕੁਛ ਇੱਦਾਂ ਦਾ ਹੈ? ਡਾਊਟ ਹੁੰਦਾ ਸੀ ਮੈਮ ਬਹੁਤ ਚੀਜ਼ਾਂ ਤੋਂ। ਉਹ ਬੜੇ ਵਧੀਆ ਤਰੀਕੇ ਨਾਲ ਮੈਨੂੰ ਸਮਝਾ ਦਿੰਦਾ ਸੀ, ਅਤੇ ਉਹਨੇ ਮਤਲਬ ਉਹਦੇ ਕੋਲ ਜੋ ਵੀ ਲੜਕੇ ਆਉਂਦੇ ਸੀ ਸਾਰੇ ਇੱਦਾਂ ਨਹੀਂ ਸੀ ਵੀ ਕੋਈ ਰੋਂਗ ਹੀ ਸੀ। ਕੋਈ ਫੁੱਟਬਾਲ ਦਾ ਪਲੇਅਰ ਹੋਣਾ, ਕਿਸੇ ਨਾਲ ਇਹਨੇ ਗਰਾਊਂਡ 'ਚ ਰਨਿੰਗ ਕਰਨ ਜਾਣਾ, ਮੈਨੂੰ ਖੁਦ ਵੀ ਰਨਿੰਗ ਕਰਨ ਲੈ ਕੇ ਜਾਂਦਾ ਰਿਹਾ ਹੈ ਨਾਲ ਆਪਣੇ। ਅਤੇ ਕੋਈ ਇੱਦਾਂ ਹੋਣਾ, ਕੋਈ ਨੀਡੀ ਹੋਣਾ ਵੀ ਜਿਹਨੂੰ ਕਿਸੇ ਚੀਜ਼ ਦੀ ਲੋੜ ਆ, ਉਹ ਆਉਂਦਾ ਹੁੰਦਾ ਸੀਗਾ। ਫਿਰ ਮੈਮ ਪਤਾ ਤਾਂ ਥੋੜ੍ਹਾ ਬਹੁਤਾ ਸੀ, ਬਟ ਮੈਨੂੰ ਇਹ ਕਿਆ ਜਿਸੇ ਤੁਸੀਂ ਬੋਲੋ ਥੋੜ੍ਹਾ ਬਹੁਤਾ, ਕਿਆ ਥੋੜ੍ਹਾ ਬਹੁਤਾ ਤੁਹਾਨੂੰ ਪਤਾ ਸੀ ਜਿਸ ਨੂੰ ਤੁਸੀਂ ਇਗਨੋਰ ਕੀਤਾ?
ਮੇਨਲੀ ਮੈਮ ਜੋ ਇਹਦੇ ਤੇ ਵਿਆਹ ਤੋਂ ਪਹਿਲਾਂ ਕੇਸ ਸੀ, ਮੇਨਲੀ ਮੈਂ ਉਹਨੂੰ ਇਗਨੋਰ ਕੀਤਾ। ਉਹ NDPS ਦਾ ਹੀ ਸੀਗਾ ਮੇਨਲੀ, ਤਾਂ ਉਹੀ ਜ਼ਿਆਦਾ ਉਹਦੀ ਨਿਊਜ਼ ਵੀ ਇਹਨੇ ਮੈਨੂੰ ਫਿਰ ਮਤਲਬ ਆਫਟਰ ਮੈਰਿਜ ਹੀ ਪਤਾ ਲੱਗਿਆ ਸੀ, ਉਹ ਗੂਗਲ ਤੇ ਦਿਖਾਇਆ ਫਿਰ ਮੈਨੂੰ। ਚਲੋ ਉਹ ਚੀਜ਼ ਨੂੰ ਮੈਂ ਉਸ ਟਾਈਮ ਐਵੇਂ ਦੀ ਸਿਚੁਏਸ਼ਨ ਸੀ ਵੀ ਉਹ ਨਿਗਲੈਕਟ ਕਰਕੇ ਰਿਲੇਸ਼ਨਸ਼ਿਪ ਵੱਲ ਧਿਆਨ ਦੇਣਾ, ਕਿਉਂਕਿ ਨਵਾਂ ਰਿਲੇਸ਼ਨਸ਼ਿਪ ਸੀ, ਤਾਂ ਮੈਂ ਉਹ ਜ਼ਿਆਦਾ ਜ਼ਰੂਰੀ ਸਮਝਿਆ ਸੀ। ਫਿਰ ਮੈਨੂੰ ਇੰਨਾ ਪਤਾ ਹੁੰਦਾ ਸੀ ਵੀ ਇੱਦਾਂ ਥੋੜ੍ਹੀ ਬਹੁਤੀ ਕੋਈ ਲੜਾਈ ਹੋ ਜਾਂਦੀ ਹੈ ਇੱਦੀ, ਹੈ ਨਾ, ਕਿਉਂਕਿ ਉਹ ਆਮ ਤੁਹਾਨੂੰ ਪਤਾ ਹੀ ਹੈ ਮੈਮ, ਜਿੱਥੇ ਜਿਹੜੇ ਬੰਦੇ ਦੀ ਜ਼ਿਆਦਾ ਫਰੈਂਡ ਸਰਕਲ ਹੋਵੇ ਉਹ ਚੀਜ਼ਾਂ ਚੱਲਦੀਆਂ ਨੇ। ਜੱਸੀ ਕਿੰਨੇ ਟਾਈਮ ਬਾਅਦ ਘਰ ਆਉਂਦਾ ਹੁੰਦਾ ਸੀ? ਕਦੀ ਤੁਹਾਡੇ ਨਾਲ ਫੋਨ ਦੇ ਉੱਪਰ ਰਾਬਤਾ, ਜੋ ਤੁਸੀਂ ਘਰ ਨਹੀਂ ਹੁੰਦੇ ਸੀ, ਤੁਸੀਂ ਕਦੀ ਗੱਲ ਕਰਦੇ, ਕਿੰਨੇ ਸਮੇਂ ਬਾਅਦ ਔਰ ਕਿੰਨੇ ਦਿਨ ਲਈ ਆਉਂਦਾ ਸੀ? ਮੈਮ ਜਦੋਂ ਮੇਰੇ ਕੋਲ ਆਉਂਦਾ ਵੀ ਸੀ ਉਹਦੇ ਕੋਲ ਫੋਨ ਨਹੀਂ ਸੀ ਹੁੰਦਾ ਕਦੇ। ਕਿੰਨੇ ਟਾਈਮ ਬਾਅਦ ਆਉਂਦਾ ਸੀ? ਉਹ ਅਨਫੋਰਚੂਨੇਟਲੀ ਮੈਂ ਮੇਨਲੀ ਅੱਜ ਇੱਕ ਗੱਲ ਦੱਸਦੀ ਹਾਂ ਵੀ ਅੱਜ ਦੇ ਦਿਨ ਹੀ 18 ਜੂਨ 2020 ਨੂੰ ਹੀ ਉਹ ਘਰ ਤੋਂ ਆਪਣਾ ਸਾਰਾ ਸਮਾਨ ਲੈ ਕੇ ਗਿਆ ਸੀ। ਉਹਨੂੰ ਕਿਸੇ ਦੀ ਕਾਲ ਆਈ ਸੀ ਵੀ ਤੂੰ ਚੱਲ ਜਾ, ਇੱਦਾਂ ਕਰਕੇ ਤੇਰੇ 'ਤੇ ਇਹ ਕੇਸ ਪੈ ਜਾਣਾ ਆ। ਚਲੋ ਉਹਨੇ ਮੈਨੂੰ ਕਾਫੀ ਸਮਝਾਇਆ ਵੀ ਇੱਦਾਂ ਕਰਕੇ, ਕਿਉਂਕਿ ਮੇਰੇ ਲਈ ਉਹ ਚੀਜ਼ ਕੀ ਸੀ ਵੀ ਹਜੇ ਵਿਆਹ ਨੂੰ ਕੁਛ ਹੀ ਟਾਈਮ ਹੋਇਆ ਸੀਗਾ, ਮੇਰੇ ਲਈ ਬੜੀ ਔਖੀ ਸੀ ਵੀ ਮੈਂ ਇੱਦਾਂ ਕਿਵੇਂ ਰਹੂੰਗੀ। ਤਾਂ ਉਹਨੇ ਸਮਝਾਇਆ ਤਾਂ ਉਹ ਚੱਲ ਗਿਆ ਸੀ ਸਾਰਾ ਸਮਾਨ ਲੈ ਕੇ ਘਰੇ। ਉਸ ਤੋਂ ਬਾਅਦ ਮੈਮ ਸਡਨਲੀ ਆਉਂਦਾ ਸੀ 1-2 ਦਿਨ ਲਈ ਮਹੀਨੇ 'ਚ, ਸਡਨਲੀ। ਕੋਈ ਉਹ ਐਵੇਂ ਦਾ ਦਿਨ ਹੁੰਦਾ ਸੀ, ਕੋਈ ਉਹ ਐਵੇਂ ਦਾ ਮੰਥ ਹੁੰਦਾ ਸੀ ਵੀ ਉਹ ਮੰਥ 'ਚ ਕਦੇ 2 ਵਾਰ ਆ ਗਿਆ, ਮਤਲਬ ਹਾਰਡਲੀ। ਸਵਾਲ ਨਹੀਂ ਖੜਾ ਕੀਤਾ ਗਿਆ ਕਿ 2 ਮਹੀਨੇ ਬਾਅਦ ਘਰ ਆਉਂਦੇ ਹੋ ਜਾਂ 2 ਦਿਨ ਦੇ ਲਈ ਆਉਂਦੇ ਹੋ? ਕਿਆ ਤੁਹਾਡੇ ਅਜਿਹੇ ਕਿਹੜਾ ਕੰਮ ਚੱਲ ਰਿਹਾ ਕਿ ਜਿਹੜੇ ਤੁਸੀਂ ਆਉਂਦੇ ਹੀ ਨਹੀਂ ਘਰ ਦੇ ਅੰਦਰ? ਔਰ ਜਦੋਂ ਇਸ ਚੀਜ਼ ਦੇ ਬਾਰੇ ਤੁਹਾਨੂੰ ਜਦੋਂ ਹੌਲੀ ਪਤਾ ਚੱਲਣ ਲੱਗੇਗਾ, ਤੁਸੀਂ ਕਦੀ ਰੋਕਿਆ ਨਹੀਂ ਜੱਸੀ ਨੂੰ ਇਨ ਚੀਜ਼ਾਂ ਤੋਂ? ਮੈਮ ਬਹੁਤ ਕੁਛ ਪੁੱਛਿਆ ਸੀ, ਬਹੁਤ ਕੁਐਸਚਨਸ ਹੁੰਦੇ ਸੀ, ਬੀਇੰਗ ਅ ਲੇਡੀ ਤੁਹਾਨੂੰ ਪਤਾ ਬਹੁਤ ਕੁਐਸਚਨਸ ਹੁੰਦੇ ਨੇ, ਹੈ ਨਾ, ਬੜਾ ਕੁਛ ਪੁੱਛਣਾ। ਅਤੇ ਇੱਕ ਕੁਛ ਐਵੇਂ ਦੀਆਂ ਸਾਡੇ ਰਿਲੇਸ਼ਨਸ਼ਿਪਸ 'ਚ ਐਕਟੀਵਿਟੀਜ਼ ਹੋ ਚੁੱਕੀਆਂ ਸੀ, ਸਰਕਮਸਟਾਂਸਿਸ ਐਵੇਂ ਦੇ ਬਣ ਚੁੱਕੇ ਸੀ ਵੀ ਉਹ ਕੁਛ ਕੁ ਟੌਂਟ ਸੀ ਜਿਹੜੇ ਮੈਨੂੰ ਉਹ ਚੁੱਪ ਕਰਵਾ ਦਿੰਦੇ ਸੀ, ਉਹਦੇ ਟੌਂਟ ਸੀ ਜਿਹੜੇ। ਸੈਕਿੰਡਲੀ ਉਹਨੇ ਕਹਿਣਾ ਮੈਂ ਹੁਣ ਆਇਆ, ਮੈਂ ਵਾਪਸ ਚੱਲ ਜਾਵਾਂ ਫਿਰ ਜੇ ਇਹੀ ਗੱਲਾਂ ਪੁੱਛਣੀਆਂ ਨੇ। ਜਦੋਂ ਜੱਸੀ ਨੂੰ ਕਦੀ ਕੋਈ ਕਾਲ ਆਉਂਦਾ ਸੀ ਕਿ ਤੁਹਾਡੇ ਉੱਪਰ ਕੋਈ ਪਰਚਾ ਪਾਉਣ ਵਾਲੇ ਆ, ਕੁਝ ਵੀ ਇਸ ਤਰੀਕੇ ਦਾ, ਕਿਆ ਤੁਸੀਂ ਉਹਦੇ ਨਾਲ ਤੁਹਾਡਾ ਕਦੀ ਉਹ ਜ਼ਿਕਰ ਕਰਦਾ ਸੀ ਕਿ ਮੇਰੇ ਨਾਲ ਇਸ ਤਰੀਕੇ ਦੇ ਕੇਸਿਸ ਕੋਈ ਪਾਉਣ ਲਈ ਕਦੀ ਕੋਈ ਚੀਜ਼ ਜ਼ਿਕਰ ਕੀਤੀ ਜੱਸੀ ਨੇ? ਹਾਂਜੀ ਮੈਮ, ਜਾਣ ਤੋਂ ਪਹਿਲਾਂ ਸਾਰਾ ਕੁਝ ਉਹ ਸਮਝਾ ਕੇ ਗਿਆ ਮੈਨੂੰ ਵੀ ਜੇ ਮੈਂ ਇੱਥੇ ਹੀ ਰਹੂੰਗਾ ਵੀ ਦੇਖ ਨਾ, ਮੈਂ ਇੰਨੇ ਸਾਲ ਲਈ ਅੰਦਰ ਚੱਲੂੰਗਾ ਫਿਰ ਤਾਂ ਬਿਲਕੁਲ ਹੀ ਆਪਸ਼ਨ ਨਹੀਂ ਰਹਿਣੀ, ਕੋਈ ਨਾ ਮੈਂ ਥੋੜ੍ਹੇ ਜਿਹੇ ਸਰਕਮਸਟਾਂਸਿਸ ਸਹੀ ਕਰਕੇ, ਕਿਉਂਕਿ ਕਹਿੰਦਾ ਮੈਨੂੰ ਵੀ ਨਹੀਂ ਨਾ ਪਤਾ ਵੀ ਕਿਸੇ ਨੇ ਆਫਿਸਰਸ ਨੂੰ ਕੀ ਕਿਹਾ ਹੋਇਆ, ਵੀ ਉਹ ਸਾਰਾ ਕੁਝ ਸੈਟਿੰਗ ਕਰਕੇ ਮੈਂ ਪੇਸ਼ ਹੋ ਕੇ ਮੈਂ ਫਿਰ ਘਰ ਆ ਜਾਊਂਗਾ। ਜਦੋਂ ਕਲਕੱਤਾ ਜਾਣ ਤੋਂ ਉਹਨੂੰ ਇਹ ਗੱਲ ਪਤਾ ਸੀ ਕਿ ਜੱਸੀ ਇਸ ਤਰੀਕੇ ਨਾਲ ਜੈਪਾਲ ਭੁੱਲਰ ਦੇ ਨਾਲ ਕੋਈ ਕਨੈਕਸ਼ਨ ਹੈ ਜੱਸੀ ਦੇ, ਕਿਉਂਕਿ ਉਹ ਤਾਂ ਮੰਨਿਆ ਪਰਮੰਨਿਆ ਜਿਹੜਾ ਗੈਂਗਸਟਰ ਸੀਗਾ ਜੈਪਾਲ ਭੁੱਲਰ, ਤੁਹਾਨੂੰ ਪਤਾ ਸੀ ਇਹਦਾ ਕੋਈ ਕੰਟੈਕਟ ਸੀ ਜੱਸੀ ਦਾ ਜਾਂ ਉਹਦੇ ਨਾਲ ਉਹ ਜਾ ਰਿਹਾ? ਕਿਉਂਕਿ CCTV ਫੁਟੇਜ ਵਿੱਚ ਸਾਰੀ ਚੀਜ਼ਾਂ ਸਾਹਮਣੇ ਆਈਆਂ ਨਿਕਲ ਕੇ ਦੋਨਾਂ ਦੀ। ਮੈਮ ਦੇਖੋ, ਜਦੋਂ ਇਹ ਕੋਲਕਾਤਾ ਗਏ ਆ ਜਾਂ ਜੋ ਵੀ ਇਹ ਉਹਨਾਂ ਨੇ ASI ਵਾਲਾ ਕੀਤਾ ਆ, ਹੈ ਨਾ, ਉਸ ਦਿਨ ਤੋਂ ਲੈ ਕੇ ਕੱਲ੍ਹ ਦੇ ਸ਼ਾਮ ਤੱਕ ਮੈਂ ਪੁਲਿਸ ਦੀ ਕਸਟਡੀ 'ਚ ਸੀਗੀ, ਠੀਕ ਹੈ। ਮੇਰੇ ਨਾਲ ਉਹਨੇ ਕਨੈਕਟ ਕਰਨਾ, ਜੇ ਤੁਸੀਂ ਕਹਿੰਦੇ ਹੋ ਵੀ ਉਹਨੇ ਕੋਈ ਕਨੈਕਟ ਕਰਕੇ ਮੈਨੂੰ ਕੋਈ ਗੱਲ ਕਹੀ ਆ, ਪੁੱਛਿਆ, ਮੈਮ ਨਹੀਂ, ਐਵੇਂ ਦਾ ਕੁਛ ਨਹੀਂ ਸੀ, ਕਿਉਂਕਿ ਮੈਂ ਖੁਦ ਇੱਕ ਬੇਵਸ ਹੋਈ ਬੈਠੀ ਸੀ, ਉਹ ਮੈਨੂੰ ਕਿੱਥੋਂ ਕੰਟੈਕਟ ਕਰ ਲੈਂਦਾ। ਤਾਂ ਉਹਨੇ ਜਸਟ ਕੀ ਸੀਗਾ ਵੀ ਕਾਫੀ ਟਾਈਮ ਦੀ ਉਹ ਇੱਦਾਂ ਸੀਗਾ, ਜਦੋਂ ਆਇਆ ਵਾ ਸੀ ਜਨਵਰੀ ਮਹੀਨੇ ਦਾ ਹੀ, ਉਸ ਤੋਂ ਬਾਅਦ ਤਾਂ ਮੈਮ ਕੋਈ ਕੰਟੈਕਟ ਵੀ ਨਹੀਂ ਸੀ ਹੋ ਪਾ ਰਿਹਾ। ਬੜੀ ਵਾਰ ਪੁੱਛਦੀ ਹੁੰਦੀ ਸੀ ਵੀ ਕੌਣ ਆ ਤੇਰੇ ਫਰੈਂਡ ਸਰਕਲ ਦਾ, ਦੱਸ, ਕਿਉਂਕਿ ਮੈਮ ਇੱਕ ਹੁੰਦਾ ਹੀ ਆ ਫਿਰ ਵੀ ਬੰਦੇ ਨੂੰ। ਹਾਂਜੀ, ਬਟ ਉਹਨੇ ਕਹਿਣਾ ਬਸ ਜਿੱਥੇ ਵੀ ਆ, ਕਹਿੰਦਾ ਇੰਨਾ ਕੁ ਯਕੀਨ ਰੱਖੀ, ਮੈਂ ਤੇਰੇ ਲਈ ਲਾਇਲ ਹਾਂ ਅਤੇ ਸਹੀ ਹਾਂ। ਇਹ ਚੀਜ਼ ਮੈਨੂੰ ਬੜੀ ਵਾਰ ਚੁੱਪ ਕਰਾ ਜਾਂਦੀ ਸੀ। ਪਤਾ ਚੱਲਿਆ ਕਿ ਐਨਕਾਊਂਟਰ ਹੋ ਚੁੱਕਿਆ ਹੈ, ਮਨ ਵਿੱਚ ਕੀ ਆਇਆ, ਕਿੰਨੇ ਕੁ ਚੀਜ਼ਾਂ ਹੋਈਆਂ, ਕਿਉਂਕਿ ਇਹ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ। ਮੈਮ ਉਹ ਐਵੇਂ ਦੀ ਸਿਚੁਏਸ਼ਨ ਸੀ, ਇੱਕ ਤਾਂ ਮੈਨੂੰ ਪਤਾ 2 ਦਿਨ ਬਾਅਦ ਲੱਗਿਆ ਜੇਲ੍ਹ ਦੇ ਵਿੱਚ, ਮਤਲਬ ਮੈਂ ਆਪਣੇ ਆਪ ਨੂੰ ਇਹ ਚੀਜ਼ 'ਚ ਕਹਿ ਰਹੀ ਸੀ ਵੀ ਮੈਂ ਤਾਂ ਨੋਰਮਲ ਲਾਈਫ ਜੀ ਰਹੀ ਸੀ ਆਪਦੀ। ਇੱਕ ਬੜਾ ਉਹ ਚੀਜ਼, ਉਹ ਦੁੱਖ ਆ ਨਾ ਮੈਮ, ਉਹ ਨਹੀਂ ਮੈਂ ਦੱਸ ਸਕਦੀ ਤੁਹਾਨੂੰ ਵੀ ਉਹ ਕੀ ਚੀਜ਼ ਹੋਈ ਸੀ ਉਸ ਟਾਈਮ। ਇੱਕ ਮੈਂ ਇਕੱਲੀ, ਕੋਈ ਫੈਮਿਲੀ ਮੈਂਬਰ ਨਹੀਂ ਨਾਲ, ਕੋਈ ਜੇਲ੍ਹ 'ਚ ਮੈਮ ਤੁਹਾਨੂੰ ਪਤਾ ਕੋਈ ਇੱਦਾਂ ਨਹੀਂ ਵੀ ਕੋਈ ਮੈਂ ਉੱਥੇ ਸਕੇ ਸਕੀਰੀਆਂ ਬਣਾਉਣ ਗਈ ਸੀ, ਹੈ ਨਾ, ਇੱਦਾਂ ਦਾ ਕੋਈ ਨਹੀਂ ਸੀ ਜੋ ਮੈਨੂੰ ਉਹ ਸਿਚੁਏਸ਼ਨ ਮੇਰੀ ਸਮਝ ਕੇ ਸਾਂਭ ਸਕਦਾ ਸੀ। ਮੈਨੂੰ ਪਤਾ ਮੈਂ ਕੱਲ੍ਹ ਤੱਕ ਦਾ ਟਾਈਮ ਆਪਦਾ ਕਿਵੇਂ ਕੱਢਿਆ ਆ। ਪਰਿਵਾਰ ਦੀ ਗੱਲ ਕੀਤੀ ਜਾਵੇ, ਕਦੀ ਜਿਵੇਂ ਤੁਹਾਡੀ ਸੱਸ ਸੀਗੀ ਪਰਿਵਾਰ ਵਿੱਚ, ਤੁਹਾਡੀ ਨਣਦ ਸੀਗੀ, ਕਿਵੇਂ ਦੇ ਤੁਹਾਡੇ ਰਿਲੇਸ਼ਨ ਸੀ? ਕਿਆ ਉਹਨਾਂ ਨਾਲ ਤੁਸੀਂ ਕੋਈ ਸਵਾਲ ਪੁੱਛਿਆ ਸੀ ਇਸ ਤੋਂ ਪਹਿਲਾਂ ਜਦੋਂ ਜੱਸੀ 2 ਮਹੀਨੇ ਲਈ ਘਰੋਂ ਬਾਹਰ ਜਾਂਦੇ ਸੀ, ਕਿ ਤੁਸੀਂ ਉਹਨਾਂ ਨੂੰ ਸਵਾਲ ਕਰਦੇ ਸੀ ਕਿ ਮੰਮੀ ਇਹ ਜਾਂਦਾ ਕਿੱਥੇ? ਮਾਂ ਨੂੰ ਤਾਂ ਪਤਾ ਹੀ ਹੁੰਦਾ ਕਿਉਂਕਿ ਬਚਪਨ ਤੋਂ ਵੱਡਾ ਕੀਤਾ ਹੈ।
ਮੈਮ ਸਾਡੇ ਮੈਰਿਜ ਤੋਂ ਬਾਅਦ ਥੋੜ੍ਹੇ ਟਾਈਮ ਬਾਅਦ ਨਾ ਥੋੜ੍ਹੇ ਫੈਮਿਲੀ ਡਿਸਪਿਊਟ ਹੋ ਗਿਆ ਸੀ, ਉਹਦੇ ਕਰਕੇ ਥੋੜ੍ਹਾ ਅਸੀਂ ਅਲੱਗ ਰਹਿੰਦੇ ਹੁੰਦੇ ਸੀਗੇ। ਅਤੇ ਹਾਂ, ਆਪਣੀ ਮਤਲਬ ਮਦਰ ਲਈ ਚਲੋ ਹਰ ਕੋਈ ਹੁੰਦਾ ਆ ਕੇਅਰਿੰਗ, ਹੈ ਨਾ, ਇਹਦੇ ਵੱਲੋਂ ਸੀ ਸਾਰਾ ਕੁਛ, ਬਟ ਮੇਰੇ ਵੱਲੋਂ ਥੋੜ੍ਹੀਆਂ ਐਕਟੀਵਿਟੀਜ਼ ਘੱਟ ਗਈਆਂ ਸੀ, ਮੈਂ ਕੋਈ ਕਨੈਕਸ਼ਨ ਨਹੀਂ ਸੀ ਕਰਦੀ ਹੁੰਦੀ। ਅਤੇ ਫਿਰ ਮੈਮ ਪੁੱਛਣਾ ਤਾਂ ਮੈਂ ਉਹਨਾਂ ਨੂੰ ਕੀ ਉਹ ਸੀ। ਹਾਂ, ਜਿੰਨਾ ਟਾਈਮ ਮੈਂ ਰਹੀ ਹਾਂ ਉੱਥੇ, ਜਿੰਨਾ ਟਾਈਮ ਜੋ ਵੀ ਗੱਲ ਕਰਨੀ, ਮੰਮੀ ਵੀ ਬੜੇ ਵਧੀਆ ਤਰੀਕੇ ਨਾਲ ਸੰਭਾਲ ਲੈਂਦੇ ਸੀ ਗੱਲ, ਜਾਂ ਮੈਨੂੰ ਸਮਝਾ ਦਿੰਦੇ ਸੀ, ਕਿਉਂਕਿ ਮੈਂ ਇੱਕ ਇਹ ਚੀਜ਼ 'ਚ ਬਿਲਕੁਲ ਹੀ ਅਨਨੋਨ ਨਵੀਂ ਸੀ, ਹੈ ਨਾ। ਤਾਂ ਮੰਮੀ ਨੇ ਬੜਾ ਵਧੀਆ ਮੈਨੂੰ ਕਹਿਣਾ, ਚਲੋ ਉੱਥੇ ਮੈਂ ਵੀ ਮੰਨ ਜਾਂਦੀ ਸੀ, ਕਿਉਂਕਿ ਉਸ ਟਾਈਮ ਮੈਮ ਮੰਮੀ ਨੂੰ ਵੀ ਨਹੀਂ ਸੀ ਕੁਛ ਪਤਾ, ਉਹ ਖੁਦ ਮਤਲਬ ਐਨਕਾਊਂਟਰ ਦੀ ਚੀਜ਼ਾਂ ਸਾਰੀਆਂ ਸਾਹਮਣੇ ਆਈ, ਜੋ ਤੁਹਾਨੂੰ ਪਤਾ ਕਿ ਇਸ ਤਰੀਕੇ ਦੀ ਇਨਵੋਲਵਮੈਂਟ ਹੈ ਜਾਂ ਇਸ ਤਰੀਕੇ ਦੀ ਇਨਵੋਲਵਮੈਂਟ ਕੀਤੀ ਗਈ ਹੈ, ਫਸਟ ਰਿਐਕਸ਼ਨ ਕਿਆ ਸੀ? ਕਿ ਕਦੇ ਸੋਚਿਆ ਸੀ ਕਿ ਮੇਰਾ ਜਿਸ ਦੇ ਨਾਲ ਵਿਆਹ ਹੋਇਆ ਹੈ ਉਹ ਇਸ ਤਰੀਕੇ ਦਾ, ਉਸ ਦਾ ਇਨਵੋਲਵਮੈਂਟ ਹੈ ਇਸ ਤਰੀਕੇ ਦੀ ਵੱਡੇ ਵੱਡੇ ਨਾਮਾਂ ਦੇ ਨਾਲ, ਕਿ ਜਿਸ ਤਰੀਕੇ ਨਾਲ ਐਨਕਾਊਂਟਰ ਕੀਤਾ, ਗੈਂਗਸਟਰ ਵਰਡ ਵੀ ਯੂਜ਼ ਕੀਤਾ ਗਿਆ ਸੀ? ਨਹੀਂ ਮੈਮ, ਉੱਥੇ ਇੱਕ ਕੀ ਸੀਗਾ ਵੀ ਇੱਕ ਬੈਰਿਕ 'ਚ ਇੱਕ ਛੋਟਾ ਜਿਹਾ ਟੀਵੀ ਹੁੰਦਾ ਸੀ, ਜਿਹਦੇ 'ਚ ਕੁਛ ਕਲੀਅਰ ਨਹੀਂ ਸੀ ਦਿਖਦਾ ਹੁੰਦਾ, ਜੋ ਕਿ ਮੈਨੂੰ ਸਭ ਕੁਛ ਰਾਤ ਕਲੀਅਰ ਹੋ ਕੇ ਆਇਆ, ਮਤਲਬ ਵੀ ਕੀ ਹੋਇਆ ਸੀ। ਈਵਨ ਮੈਂ ਉਹਨਾਂ ਨੂੰ ਤਾਂ ਦੇਖਿਆ ਵੀ ਨਹੀਂ ਸੀ, ਇਨਕਾਊਂਟਰ ਵਾਲੀਆਂ ਪਿਕਸ ਤਾਂ ਮੈਂ ਰਾਤ ਦੇਖੀਆਂ ਨੇ। ਤਾਂ ਮਤਲਬ ਮੇਰੇ ਲਈ ਕਿਤੇ ਨਾ ਕਿਤੇ ਅੱਜ ਵੀ ਬਹੁਤ ਔਖਾ ਹੈ ਇਹ ਚੀਜ਼ 'ਤੇ ਬਿਲੀਵ ਕਰਨਾ ਵੀ ਇਹ ਚੀਜ਼ ਹੋ ਗਈ। ਸੋ ਸਾਡੇ ਨਾਲ ਗੱਲ ਕਰਨ ਦੇ ਲਈ ਗੁੰਮਨ ਸਰ ਵੀ ਮੌਜੂਦ ਹੈ, ਜੋ ਇਸ ਕੇਸ ਵਿੱਚ ਕਾਫੀ ਲੰਬੇ ਸਮੇਂ ਤੋਂ ਪੈਰਵੀ ਵੀ ਕਰ ਰਹੇ ਨੇ। ਸਰ, ਤੁਹਾਡੇ ਕੋਲ ਜਾਣਨਾ ਚਾਹਾਂਗੇ, ਹੁਣ ਜਿਸ ਤਰੀਕੇ ਨਾਲ ਤੁਸੀਂ ਬੋਲਿਆ ਸੀ ਕਿ ਹੁਣ ਬਾਹਰ ਆ ਚੁੱਕੀ, ਲੇਕਿਨ ਅਸੀਂ ਪਰਿਵਾਰ ਦਾ ਵੀ ਸਾਥ ਦੇਵਾਂਗੇ, ਹੁਣ ਸਰ ਅੱਗੇ ਦੀ ਕਿਆ ਰਣਨੀਤੀ ਰਹੇਗੀ, ਅੱਗੇ ਦੀ ਸਰ ਹੁਣ ਕਿਸ ਤਰੀਕੇ ਦੀ ਜਿਹੜੀ ਕਾਰਵਾਈ ਰਹੇਗੀ? ਤੁਸੀਂ ਕਿਹਾ ਸੀ ਹਾਈ ਕੋਰਟ ਦਾ ਰੁਖ ਕਰੋਗੇ ਕਿ ਜਿਹੜੀ 3rd ਡਿਗਰੀ ਟਾਰਚਰ ਕੀਤਾ ਗਿਆ ਉਸ ਨੂੰ ਲੈ ਕੇ ਅਸੀਂ ਹਾਈ ਕੋਰਟ ਜਾਣੀ, ਕਿਆ ਸਰ ਉਹ ਪਟੀਸ਼ਨ ਤਿਆਰ ਹੋਈ, ਕਦੋਂ ਤੱਕ ਯਾਚੀਕਾ ਦਾਖਲ ਕਰ ਦਿੱਤੀ ਜਾਏਗੀ? ਮੈਂ ਦੱਸਦਾ ਮੈਮ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਹੀ ਤੁਸੀਂ ਕਹੋ ਵੀ ਅਸੀਂ ਡਿਟੇਲ ਰਿਪਰੈਜ਼ੈਂਟੇਸ਼ਨਸ ਅਸੀਂ 2 ਦਿਨ ਲੱਗੇ ਹਾਂ। ਫਸਟ ਤਾਂ ਅਸੀਂ ਇਹ ਦੇਣ ਲੱਗੇ ਹਾਂ ਕਿ ਜਿਹੜਾ ਇੱਕ ਫਾਲਸਲੀ ਇੰਪਲੀਕੇਟ ਕੀਤਾ ਇਹਨਾਂ ਨੂੰ FIR ਨੰਬਰ 204 ਅਤੇ ਉਹਦੇ 'ਤੇ ਜਿਹੜੀ FIR ਦਿੱਤੀ ਗਈ ਹੈ ਮੈਮ, ਜਿਵੇਂ ਅਸੀਂ ਪਹਿਲਾਂ ਵੀ ਦੱਸ ਕੇ ਬੈਠੇ ਹਾਂ ਵੀ ਉਹ ਬੇਲੇਬਲ ਸੈਕਸ਼ਨਸ ਔਰ ਰੈਫਰੈਂਸ ਜੱਸੀ ਖਰੜ ਦਾ ਜਿਹੜਾ 307 ਵਾਲੇ ਕੇਸ ਦੇ ਵਿੱਚ ਦਿੱਤਾ ਹੈ, ਉਸ ਰੈਫਰੈਂਸ ਦੇ ਵਿੱਚ ਕੁਛ ਵੀ ਪੁਲਿਸ ਇਹਨਾਂ ਦਾ ਕਨੈਕਸ਼ਨ ਜੋੜ ਨਹੀਂ ਸਕੀ। ਸੋ ਉਹਦੇ 'ਤੇ ਅਸੀਂ ਟੂ ਦੀ ਆਨਰੇਬਲ DGP ਸਾਹਿਬ ਨੂੰ ਅੱਜ ਅਸੀਂ ਰਿਪਰੈਜ਼ੈਂਟੇਸ਼ਨਸ ਬਾਈ ਵੇ ਆਫ ਮੇਲਸ ਅੱਜ ਅਸੀਂ ਇਸ਼ੂ ਕੀਤੀਆਂ ਨੇ, ਜਿਹਦੇ 'ਚ ਅਸੀਂ ਕਿਹਾ ਕਿ ਔਨ ਦੀ ਬੇਸਿਸ ਆਫ ਕਿ ਇਹਦੇ 'ਤੇ ਇੱਕ ਥਾਰੋਲੀ ਇੱਕ ਟਰਾਂਸਪੇਰੈਂਟ ਤਰੀਕੇ ਨਾਲ ਇੱਕ ਇਨਵੈਸਟੀਗੇਸ਼ਨ ਕੰਡਕਟ ਕੀਤੀ ਜਾਵੇ ਅਤੇ ਉਸ ਇਨਵੈਸਟੀਗੇਸ਼ਨ ਦੇ ਬੇਸ ਦੇ ਉੱਪਰ ਇਹਨਾਂ ਨੂੰ ਇਨੋਸੈਂਟ ਡਿਕਲੇਅਰ ਕੀਤਾ ਜਾਵੇ। ਠੀਕ ਹੈ, ਇੱਕ ਤਾਂ ਅਸੀਂ ਇਹ ਦੇ ਰਹੇ ਹਾਂ। ਸੈਕਿੰਡ ਅਸੀਂ ਇਹ ਦੇ ਰਹੇ ਹਾਂ ਕਿ ਜਿਹੜੀ ਰਿਪਰੈਜ਼ੈਂਟੇਸ਼ਨ ਕੰਕਰੈਂਟਲੀ ਦੇਵਾਂਗੇ, ਸੈਕਿੰਡ ਵੀ ਨਾਲੋਂ ਨਾਲ ਹੀ ਇਸ਼ੂ ਕੀਤੀਆਂ ਨੇ। ਸੋ ਸੈਕਿੰਡ ਇਹ ਹੈਗੀ ਕਿ ਜਿਹੜਾ 15 ਤਰੀਕ ਤੋਂ ਲੈ ਕੇ 19 ਤਰੀਕ ਤੱਕ ਜਿਹੜਾ ਆਪਾਂ ਕਹਿ ਲਈਏ ਕਿ ਇੱਕ ਤਾਂ ਬੇਲੇਬਲ ਸੈਕਸ਼ਨਸ CRPC 'ਚ ਕੋਈ ਪ੍ਰੋਵੀਜ਼ਨ ਨਹੀਂ ਕਿ ਤੁਸੀਂ ਕਿਸੇ ਇਨੋਸੈਂਟ ਕੋਈ ਵੀ ਪਰਸਨ ਹੈ, ਭਾਵੇਂ ਉਹ ਲੇਡੀ ਹੈ ਭਾਵੇਂ ਬੰਦਾ ਹੈ, ਜਿਹਨੂੰ ਤੁਸੀਂ ਅਰੈਸਟ ਕਰ ਲਓ, ਔਰ ਉਸ ਤੋਂ ਬਾਅਦ ਜਿਹੜੀ ਤੁਸੀਂ ਕਹੋ ਵੀ ਇੱਕ ਤਰੀਕੇ ਨਾਲ ਐਕਸਟਰਾ ਜੁਡੀਸ਼ੀਅਲ ਐਗਜ਼ੀਕਿਊਸ਼ਨਸ ਦਾ ਡਿਫੈਕਟਿਵ ਇਨਵੈਸਟੀਗੇਸ਼ਨ ਕਿ 15 ਤੋਂ 19 ਤੱਕ ਕਿਤੇ ਇਹਨਾਂ ਨੂੰ ਅਪੀਅਰ ਨਹੀਂ ਕਰਵਾਇਆ। ਸੋ ਉਹਦੇ 'ਤੇ ਅਸੀਂ ਔਰ ਇੱਕ 15 ਤੋਂ ਲੈ ਕੇ 19 ਤੱਕ ਜਿਹੜੀ ਗੱਲ ਤੁਸੀਂ ਕੀਤੀ ਕਿ 3rd ਡਿਗਰੀ ਟਾਰਚਰ, ਜਿਹੜੀ ਕਿ ਉਹ ਹੁਣੇ ਤੁਹਾਡੇ ਸਾਹਮਣੇ ਸਾਰੀ ਐਕਸਪਲੇਨ ਕਰਕੇ ਬੈਠੇ ਨੇ। ਸੋ ਉਹਦੇ 'ਤੇ ਅਸੀਂ ਕਹਾਂਗੇ ਕਿ ਜਿਹੜੇ ਐਰਨਿੰਗ ਪੁਲਿਸ ਆਫੀਸਰਸ ਨੇ, ਜਿਹੜੇ ਇਹਦੇ 'ਚ ਰਿਸਪੌਂਸੀਬਲਸ ਨੇ, ਕਿ ਉਹਨਾਂ ਦੇ ਅਗੇਂਸਟ ਇੱਕ ਬਕਾਇਦਾ ADGP ਇਨਵੈਸਟੀਗੇਸ਼ਨ ਅਰਪਿਤ ਸ਼ੁਕਲਾ ਸਾਹਿਬ ਨੂੰ ਐਟਲੀਸਟ ਉਹਦੇ 'ਤੇ ਕੋਈ ਸਿਟ ਕੌਂਸਟੀਟਿਊਟ ਕਰਨ ਅਤੇ ਬਕਾਇਦਾ ਜਿਹੜੇ ਇਹ ਐਰਨਿੰਗ ਪੁਲਿਸ ਆਫੀਸਰਸ ਨੇ ਇਹਨਾਂ ਦੇ ਅਗੇਂਸਟ ਇੱਕ ਸਟ੍ਰਿਕਟ ਤੁਸੀਂ ਕਹੋ ਵੀ ਐਕਸ਼ਨ ਦੀ ਅਸੀਂ ਕਹਾਂਗੇ ਕਿ ਲਿਆ ਜਾਵੇ। ਚੇਂਬਰ ਭੁੱਲਰ ਦੀ ਜਿਹੜੀ ਪਟੀਸ਼ਨ ਹੈ ਕੱਲ੍ਹ ਹਾਈ ਕੋਰਟ ਨੇ ਵੱਲੋਂ ਡਿਸਮਿਸ ਕਰ ਦਿੱਤੀ ਗਈ ਅਤੇ ਹੋਰ ਸੁਪਰੀਮ ਕੋਰਟ ਦਾ ਰੁਖ ਕਰ ਰਹੇ ਨੇ, ਕੀ ਲੱਗਦਾ ਹੈ ਕਿ ਜੋ ਤੁਸੀਂ ਰਿਪਰੈਜ਼ੈਂਟੇਸ਼ਨ ਦਿਓਗੇ ਹਾਈ ਕੋਰਟ ਦੇ ਅੰਦਰ, ਅਗਰ ਇੱਥੇ ਉਹ ਮੰਨ ਲਿੱਤੀ ਜਾਂਦੀ, ਅਗਰ ਨਹੀਂ ਤਾਂ ਨੈਕਸਟ ਸਟੈਪ ਕੀ ਰਹੇਗਾ? ਮੈਂ ਦੱਸਦਾ ਜੀ, ਐਕਚੁਅਲੀ ਹੈ ਕੀ ਹੈ ਅਮਨ ਜੀ, ਇਹਦੇ ਵਿੱਚ ਪਹਿਲਾਂ ਰਿਪਰੈਜ਼ੈਂਟੇਸ਼ਨਸ ਕਿਉਂਕਿ ਹੁਣੇ ਕੱਲ੍ਹ ਹੀ ਰਿਲੀਜ਼ ਹੋਏ ਨੇ, ਪਹਿਲਾਂ ਸਾਨੂੰ ਐਜ਼ ਪਰ ਜੋ ਪ੍ਰੋਵੀਜ਼ਨ ਹੈ ਕ੍ਰਿਮੀਨਲ ਰਿਟ ਪਟੀਸ਼ਨ ਦਾ, ਜੇਕਰ ਅਸੀਂ ਆਨਰੇਬਲ ਹਾਈ ਕੋਰਟ ਨੂੰ ਅਸੀਂ ਟੱਚ ਕਰਨਾ ਹੈ ਤਾਂ ਪਹਿਲਾਂ ਇਹਨਾਂ ਵੱਲੋਂ ਰਿਪਰੈਜ਼ੈਂਟੇਸ਼ਨਸ ਉਹਨਾਂ ਦੇ ਕੋਲ ਜਾਣਗੀਆਂ। ਡਿਊਰਿੰਗ ਦੀ ਪੈਡੈਂਸੀ ਵੀ ਅਸੀਂ ਹਾਈ ਕੋਰਟ ਨੂੰ ਅਪਰੋਚ ਕਰ ਸਕਦੇ ਹਾਂ ਜੇਕਰ ਸਾਨੂੰ ਕੋਈ ਫਰੂਟਫੁਲ ਉੱਥੋਂ ਸਾਨੂੰ ਕੋਈ ਨਹੀਂ ਨਤੀਜਾ ਮਿਲਦਾ। ਔਰ ਸੈਕਿੰਡ ਹੈਗੀ ਕਿ ਜਿਹੜਾ ਜੈਪਾਲ ਭੁੱਲਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹਦੇ 'ਚ ਜਿਹੜਾ ਹਾਈ ਕੋਰਟ ਦਾ ਵਿਊ ਇਹ ਸੀਗਾ ਕਿ ਜਿਹੜਾ ਕੋਜ਼ ਆਫ ਐਕਸ਼ਨ ਹੈ ਉਹ ਕੈਲਕਟਾ ਵੈਸਟ ਬੰਗਾਲ ਦਾ, ਸੋ ਪੈਰੋਗ੍ਰੇਟਿਵ ਜਿਹੜਾ ਹੈ ਉਹ ਵੈਸਟ ਬੰਗਾਲ ਦੀ ਹਾਈ ਕੋਰਟ ਦਾ ਬਣਦਾ ਸੀ, ਪਰ ਸਾਡੇ ਵਾਲੇ ਇਸ ਕੇਸ ਦੇ ਵਿੱਚ ਤਾਂ ਜਿਹੜਾ ਹੋਲ ਕੋਜ਼ ਆਫ ਐਕਸ਼ਨ ਹੈ ਜਿਹਦੇ 'ਚ ਆਪਾਂ ਇਹਨਾਂ ਦੀ ਗੱਲ ਕਰ ਰਹੇ ਹਾਂ, ਸੋ ਇਹ ਤਾਂ ਹੋਲ ਕੋਜ਼ ਆਫ ਐਕਸ਼ਨ ਸਾਡਾ ਪੰਜਾਬ ਦਾ ਹੈ। ਸੋ ਇਹਦੇ 'ਚ ਮੈਂ ਉਮੀਦ ਇਹ ਕਰਦਾ ਕਿ ਜਿਹੜੀਆਂ ਦੇਖੋ ਮੈਂ ਵਾਈਂਡ ਅਪ ਕਰਾਂਗਾ ਮੰਜੀ ਇਸ ਗੱਲ ਨਾਲ ਕਿ ਡੇ ਟੂ ਡੇ ਡੇਲੀ ਬੇਸਿਸ ਦੇ ਉੱਪਰ ਰੂਟੀਨ ਦੇ ਵਿੱਚ DK ਬਾਸੂ ਦੀਆਂ ਗਾਈਡਲਾਈਨਸ ਨੇ ਆਨਰੇਬਲ ਸੁਪਰੀਮ ਕੋਰਟ ਤੋਂ ਆ ਰਹੀਆਂ ਨੇ, ਕਦੋਂ ਇਹ 3rd ਡਿਗਰੀ ਦਾ ਟੌਰਚਰ ਹੈ ਸਾਡੀ ਜਿਹੜੀ ਪੰਜਾਬ ਪੁਲਿਸ ਦੀ ਮੈਂ ਗੱਲ ਕਰਾਂ ਕਿਉਂਕਿ ਸਟੇਟ ਆਫ ਹਰਿਆਣੇ ਦੀ ਗੱਲ ਤਾਂ ਆਪਾਂ ਕਰ ਨਹੀਂ ਰਹੇ ਕਿ ਕਦੋਂ ਇਹ ਵਾਇਲੇਸ਼ਨਸ ਜਿਹੜੀਆਂ DK ਬਾਸੂ ਦੀਆਂ ਨੇ ਕਦੋਂ ਬੰਦ ਹੋਣਗੀਆਂ। ਸੋ ਮੈਂ ਗੱਲ ਕਹਾਂਗਾ ਕਿ ਇਹਦੇ ਲਈ
ਅਸੀਂ ਜੋ ਵੀ ਬੈਸਟ ਪੋਸੀਬਲ ਜੋ ਦੇਖੋ ਇੱਥੇ ਇਹਨਾਂ ਨੇ ਜਿਹੜੀ ਗੱਲ ਪੁੱਟ ਅਪ ਕੀਤੀ ਹੈ ਇਹਦੇ 'ਚ ਅਸੀਂ ਹਜੇ ਥੋੜਾ ਸਮਾਂ ਰੁਕ ਕੇ, ਇਹ ਨਹੀਂ ਵੀ ਹੁਣੀ ਇੰਸਟੈਂਟਲੀ ਨਹੀਂ ਆਪਾਂ ਇਹ ਲਾਣੀ, ਥੋੜਾ ਕੁ ਟਾਈਮ ਅਸੀਂ ਵੇਟ ਕਰਾਂਗੇ। ਜੇਕਰ ਕੋਈ ਨਹੀਂ ਸਾਨੂੰ ਕੋਈ ਲੱਗੇਗਾ ਤਾਂ ਫਿਰ ਅਸੀਂ ਆਨਰੇਬਲ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਸੀਂ ਅਪਰੋਚ ਕਰਾਂਗੇ। ਮੈਂ ਅਮਨ ਜੀ ਦੇ ਵਿੱਚ ਇੱਕ ਚੀਜ਼ ਹੋਰ ਐਡ ਆਨ ਕਰ ਦੂੰਗਾ ਬਈ ਜਿਹੜੇ ਟਾਰਚਰਸ ਦੇ ਕੇਸਿਸ ਨੇ ਨਾ, ਇਹ ਮੈਨੂੰ ਲੱਗਦਾ ਹੈ ਕਿ ਇਹ ਨਾ ਜਦੋਂ ਦੁਬਾਰਾ ਇਹ ਚੀਜ਼ ਜਿਹੜੀ ਹੈ ਨਾ ਇਹ ਆ ਚੁੱਕੀ ਹੈ ਸਾਡੀ ਸਟੇਟ 'ਚ ਕਿਤੇ ਨਾ ਕਿਤੇ, ਹੈ ਨਾ, ਕਿਉਂਕਿ ਅਸੀਂ ਰੋਜ਼ ਹੀ ਦੇਖ ਰਹੇ ਹਾਂ ਵੀ ਕਦੀ ਇੱਥੇ ਕਦੀ ਉੱਥੇ ਕਦੀ ਆਹ ਕੇਸ 'ਚ। ਸੋ ਅਸੀਂ ਨਾ ਇਸ ਵਾਰੀ ਇੱਕ ਚੀਜ਼ ਜ਼ਰੂਰ ਅਮਨ ਜੀ ਕਰਾਂਗੇ, ਜਿੱਦਾਂ ਸਾਡੀ ਕੋਈ ਜਜਮੈਂਟ ਬਣਦੀ ਹੈ ਨਾ ਜਿਹਨੂੰ ਅਸੀਂ ਬੋਲਦੇ ਹਾਂ ਕਿ ਇਹ ਲਾਅ ਬਣ ਗਿਆ ਹੁਣ, ਹਾਂਜੀ, ਉਹ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਇਸ ਵਾਰੀ ਜਿਹੜਾ ਲਵਪ੍ਰੀਤ ਦਾ ਕੇਸ ਹੈ, ਜਿਹੜਾ ਟਾਰਚਰ ਦਾ ਕੇਸ ਹੈ, ਇਹਦੇ ਵਿੱਚ ਕੋਈ ਨਾ ਕੋਈ ਐਦਾਂ ਦਾ ਕਾਨੂੰਨ ਜਿਹੜਾ ਹਾਈ ਕੋਰਟ ਪਾਸ ਕਰੇ ਜਿਹਦੇ ਵਿੱਚ ਪੁਲਿਸ ਨੂੰ ਬੌਂਡ ਕੀਤਾ ਜਾਵੇ ਕਿ ਤੁਸੀਂ ਪਹਿਲੀ ਗੱਲ ਤਾਂ ਬੇਲੇਬਲ ਸੈਕਸ਼ਨ ਥੱਲੇ ਕਿਸੇ ਦੀ ਅਰੈਸਟ ਪਾ ਲੈਂਦੇ ਹੋ, ਫਿਰ ਤੁਸੀਂ ਜੋ ਟਾਰਚਰ ਇੱਕ ਲੇਡੀ ਨਾਲ ਕਰ ਸਕਦੇ ਹੋ ਤੁਸੀਂ ਉੱਥੋਂ ਤੱਕ ਕਰਦੇ ਹੋ। ਸੋ ਇਸ ਵਾਰੀ ਸਾਡਾ ਇੱਕ ਇਹ ਹੋਊਗਾ ਕਿ ਆਉਣ ਵਾਲੇ ਟਾਈਮ 'ਚ ਦੇਖੋ ਆਪਾਂ ਇਹ ਨਾ ਹੋਵੇ ਵੀ ਅੱਜ ਇੱਕ ਨੂੰ ਇਨਸਾਫ ਮਿਲ ਗਿਆ, ਕੱਲ੍ਹ ਨੂੰ ਇਹ ਪਰਸੋਂ ਨੂੰ ਚੌਥ ਨੂੰ ਕਿਸੇ ਹੋਰ ਨੂੰ ਇੱਦਾਂ ਇਨੋਸੈਂਟ ਫੈਮਲੀਜ਼ ਨੂੰ। ਦੇਖੋ ਮੈਂ ਇੱਕ ਚੀਜ਼ ਤੁਹਾਡੇ ਮਾਧਿਅਮ ਰਾਹੀਂ ਕਹੂੰਗਾ ਕਿ ਜੇਕਰ ਕੋਈ ਫੈਮਿਲੀ 'ਚ ਕੋਈ ਬੰਦਾ ਕ੍ਰਿਮੀਨਲ ਹਿਸਟਰੀ ਨਾਲ ਕੋਈ ਰਿਲੇਟ ਕਰਦਾ ਨਹੀਂ ਕਰਦਾ, ਹਜੇ ਕੀ ਉਹ ਜੱਸੀ ਜਿਹੜਾ ਸੀਗਾ ਉਹਦਾ ਕੀ ਸੀ, ਕਿਸੇ ਨੇ ਕਨਵਿਕਟ ਕਿਸੇ ਕੋਰਟ ਨੇ ਨਹੀਂ ਕੀਤਾ। ਮੈਂ ਇੱਦਾਂ ਗੈਂਗਸਟਰ ਦਾ ਮਤਲਬ ਨਹੀਂ ਕਹੂੰਗਾ ਕਿ ਜੇ ਕਿਸੇ ਬੰਦੇ ਤੇ 20-25 ਪਰਚੇ ਹੋ ਗਏ ਤਾਂ ਉਹ ਗੈਂਗਸਟਰ ਬਣ ਗਿਆ। ਤੁਸੀਂ ਇਹ ਦੇਖੋ ਵੀ ਕਿੰਨੇ ਕੇਸਾਂ 'ਚ ਉਹਨੂੰ ਸਜ਼ਾ ਹੋਈ ਹੈ। ਕਿ ਗੈਂਗਸਟਰ ਵਰਡ ਜਿਹੜਾ ਸੀ ਦੇਖੋ ਪਹਿਲਾਂ ਸੁਣਨ 'ਚ ਆਉਂਦਾ ਸੀ ਬੰਬੇ ਸਾਈਡ, ਮਹਾਰਾਸ਼ਟਰ, ਬਿਹਾਰ, ਯੂਪੀ ਸਟੇਟਾਂ 'ਚ ਸੀ, ਹੁਣ ਸਾਡੀ ਸਟੇਟ 'ਚ ਕਾਮਨ ਹੋ ਚੁੱਕਿਆ ਹੈ। ਸੋ ਅਸੀਂ ਆਉਣ ਵਾਲੇ ਟਾਈਮ 'ਚ ਸਾਡੀ ਕੋਸ਼ਿਸ਼ ਇਹ ਹੋਊਗੀ ਇੱਕ ਪੈਨਲ ਬਿਠਾ ਕੇ ਸਾਡੇ ਨਾਲ ਵਕੀਲਾਂ ਦਾ 10, 15, 20, 25 ਵਕੀਲਾਂ ਦੀ ਸਲਾਹ ਨਾਲ ਵੀ ਆਪਾਂ ਕੋਈ ਨਾ ਕੋਈ ਇੱਦਾਂ ਦੀ ਜੱਜਮੈਂਟ ਕਰਾ ਦਈਏ ਜਿਹਦੇ ਨਾਲ ਇੱਕ ਕਾਨੂੰਨ ਬਣ ਜਾਵੇ ਕਿ ਜਿਹਦੇ 'ਚ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਫਿਕਸ ਕਰ ਦੇਣ ਕ੍ਰਾਈਟੇਰੀਆ ਕਿ ਤੁਸੀਂ ਜੇਕਰ ਕਿਸੇ ਨੂੰ ਚੱਕਣਾ ਤਾਂ ਆਨਲਾਈਨ ਉਹਦੀ ਜਿੱਦਾਂ ਪੈਂਦੀ ਹੈ ਅਰੈਸਟ, ਦੇਖੋ ਉੱਦਾਂ ਤਾਂ ਇਹ ਪਾਉਂਦੇ ਨੇ, ਪਰ ਦਿੱਕਤ ਇੱਥੇ ਆ ਜਾਂਦੀ ਹੈ ਵੀ ਕਈ ਕੇਸਿਸ ਜਿੱਦਾਂ ਹੁਣ ਇਹਨਾਂ ਦਾ ਕੇਸ ਹੈ ਲਵਪ੍ਰੀਤ ਦਾ, ਇਹਦੇ 'ਚ ਆਨਲਾਈਨ ਪਈ ਨਹੀਂ ਤਾਂ ਆਮ ਕੇਸ ਜਦੋਂ ਅਰੈਸਟ ਪੈਂਦੀ ਹੈ ਜਿਹੜਾ ਰੋਜ਼ਨਾਮ 'ਚ ਹੈ, ਜਿਹੜੀ ਰਪਟ ਪੈਂਦੀ ਉਹ ਨਾਲੋਂ ਨਾਲ ਜਿਹੜੀ ਆਨਲਾਈਨ ਪੈਂਦੀ ਹੈ। ਸੋ ਕੋਈ ਨਾ ਕੁਝ ਇੱਦਾਂ ਦਾ ਕੋਈ ਨਾ ਕੁਝ ਲੈ ਕੇ ਆਵਾਂਗੇ ਜੀ। ਹਾਂਜੀ, ਇਸੇ ਸਾਡੇ ਨਾਲ ਗੱਲ ਕਰਨ ਦੇ ਲਈ ਘੁੰਮਣ ਸਰ ਜੋ ਕਿ ਇਸ ਕੇਸ ਦੀ ਪੈਰਵੀ ਕਰ ਰਹੇ ਲਵਪ੍ਰੀਤ, ਤੇ ਲਵਪ੍ਰੀਤ ਨੇ ਵੀ ਦੱਸਿਆ ਕਿਸ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਅਰੈਸਟ ਕੀਤਾ ਗਿਆ, ਕਿਸ ਤਰੀਕੇ ਨਾਲ ਜਿਹੜਾ ਉਹਦੇ ਨਾਲ ਰਿਹਾ। ਕੈਮਰਾਮੈਨ ਕਰਨ ਦੇ ਨਾਲ ਅਮਨਪ੍ਰੀਤ ਕੌਰ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।